ਹਾਲ ਦੇ ਵਿੱਚ ਸਵੀਪ यानी कि सिस्टमैटिक वोटर्स एजुकेशन एंड इलेक्टोरल प्रोग्राम के तहत अपना 11वां नैशनल वोटर्स डे मनाने ਦੇ ਲਈ ਇਕੱਠੇ ਹੋਏ ਹਨ, ਜਿਸ ਦਾ ਮੇਨ ਮਕਸਦ ਜਿਹੜਾ ਹੈ ਉਹ ਤੁਹਾਡੇ ਸਾਰਿਆਂ ਦੇ ਵਿੱਚ ਜਿਹੜੀ ਕਿ ਯੁਵਾ ਪੀੜ੍ਹੀ ਹੈ ਤੁਹਾਡੇ ਵਿੱਚ ਆਪਣਾ ਵੋਟ ਦਾ ਸਹੀ ਇਸਤੇਮਾਲ ਕਰਨ ਦੇ ਲਈ ਜਾਗਰੂਕਤਾ ਪੈਦਾ ਕਰਨਾ ਹੈ। ਕਹਿੰਦੇ ਨਾ नशे से ना नोट से, ना नशे से ना नोट से, किस्मत बदलेगी वोट से। मैं ਇੱਥੇ ਪਹੁੰਚੇ ਹੋਏ ਹਰ ਇਨਸਾਨ ਦਾ ਰਸਮੀ ਤੌਰ 'ਤੇ ਸਵਾਗਤ ਕਰਨ ਲਈ ਡਾਕਟਰ ਸਮਰਾਟ ਖੰਨਾ ਨੂੰ ਇੱਥੇ ਮੰਚ 'ਤੇ ਸੱਦਾ ਦਿੰਦੀ ਹਾਂ। सर, डियर कलीग्स ते बहुत ही प्यारे विद्यार्थियों, बेटे अज जिस तरह डॉक्टर देविया ने दसिया है आपां 11th नैशनल वोटर्स डे सैलीब्रेट कर रहे हैं। तो जे आपां वोटर्स डे की सिग्नीफिकेंस इंपॉर्टेंस अपनी जिंदगी च देखिए तो अज के दौर नूं देखते हुए जे आपां अज के दौर च झाती मारीए तो लगता है कि किसी चीज़ की कर्स करन नाल कोसन नाल ते चंगा है कि भी अपने इस इख्तियार नूं इस राइट नूं बहुत बखूबी ढंग नाल सानूं एक्सरसाइज करना चाहिए। सानूं सोच विचार के जिहड़े नुमाइंदे जिहड़े कि साडी सोच दी साडे फ्यूचर दी साडी भावनावां दी रखिया करन, इहो जिहे नुमाइंदियां नूं सानूं चुनना चाहिए। उहदे वास्ते एक युवक एक स्टूडेंट तुहाडे वर्गे यूथ की भूमिका बड़ी ज़्यादा इंपॉर्टेंट ते बहुत ज़्यादा देश वास्ते जरूरी है। सानू इस गल नूं सोचना चाहिए कि भी जिहड़ा युवक जागरूक है जिन्हों इस गल का पता है कि मैं प्रोज एंड कॉन्स स्टडी कीते है, बैलेंस बनाया है, समझिया है कि केड़ा नुमाइंदा केड़ा लीडर जिहड़ा है वो मेरी गल नूं अगे रखेगा ते मेरी फ्यूचर की गल नूं अगे तक पहुँचाएगा। इस गल का कौन जिम्मेवार है? तुसी आप जिम्मेवार हो। बाद विच असीं कई बार सोचते हैं, कई बार इस चीज़ ते असीं विचार करते हैं, डिस्कशन करते हैं तो कई बार हीटिड डिबेट हो जाता है, बहुत ज़्यादा गर्म डिस्कशन हो जाती है इस गल ते कि बई असीं सही पार्टी की चोन नहीं की ते आ पार्टी जिहड़ी है पावर च नहीं होनी चाहिए सी कि बेटे उहदे वास्ते भी असीं जिम्मेवार हाँ, जे चंगी आ गई उहदे वास्ते भी असीं तो जे किसी लिहाज नाल तुहाडे उम्मीदां ते खरी ना उतरी उहदे वास्ते भी असीं आप जिम्मेवार। कुछ बच्चे कई बार सोचते हैं कि भी जे सर असीं 18 साल दे हो गए असीं वोट पाण जा रहे हैं तो क्यों ना सर असीं जाइए ही ना, क्योंकि मैनू ए पार्टी भी नहीं पसंद, बी भी नहीं, सी भी नहीं, डी भी नहीं। बेटे उहदे वास्ते भी इलैक्शन कमीशन ने एक हल कढ़िया है कि नोटा दा तुसीं हक अपना एक्सरसाइज कर सकते हो कि यानी कि तुसी
ਉਸ ਪਾਰਟੀ ਨੂੰ ਜਿਹਨੂੰ ਤੁਸੀਂ ਨਹੀਂ ਚੁਣਨਾ ਚਾਹੁੰਦੇ, ਇਸ ਗੱਲ ਦਾ ਤੁਸੀਂ ਆਪਣਾ ਇੱਕ ਡਿਸਕੰਟੈਂਟ ਡਿਸਸੈਟੀਸਫੈਕਸ਼ਨ ਨੋਟਾਂ ਦੇ ਰੂਪ 'ਚ ਦਿਖਾ ਸਕਦੇ ਹੋ ਕਿ ਮੈਨੂੰ ਕੋਈ ਵੀ ਨਹੀਂ ਪਸੰਦ। ਕਿ ਮੇਰੀ ਉਮੀਦ ਦੇ ਹਿਸਾਬ ਨਾਲ ਕੋਈ ਵੀ ਉਮੀਦਵਾਰ ਜਿਹੜਾ ਇਲੈਕਸ਼ਨ 'ਚ ਖੜਾ ਹੋਇਆ ਹੈ ਉਹ ਕੋਈ ਵੀ ਸਹੀ ਨਹੀਂ ਖਰਾ ਉਤਰਦਾ। ਸੋ ਤੁਸੀਂ ਨੋਟਾ ਵੀ ਕਰ ਸਕਦੇ ਹੋ। ਕਹਿਣ ਦਾ ਭਾਵ ਹੈ ਕਿ ਤੁਸੀਂ ਘਰੋਂ ਉੱਠ ਕੇ ਵੋਟ ਜ਼ਰੂਰ ਪਾਉਣ ਜਾਣਾ ਹੈ, ਕਿਉਂਕਿ ਆ ਨਾ ਹੋਏ ਕਿ ਤੁਹਾਡੀ ਵੋਟ ਨਾ ਪਾਉਣ ਦੇ ਕਾਰਨ ਕੋਈ ਗਲਤ ਉਮੀਦਵਾਰ ਜਾਂ ਫਿਰ ਕੋਈ ਇੰਨਾ ਕਾਬਲ ਜਿਹੜਾ ਨਹੀਂ ਹੈਗਾ ਉਮੀਦਵਾਰ ਉਹ ਪਾਵਰ ਵਿੱਚ ਆ ਜਾਏ ਤੇ ਬਾਅਦ ਵਿੱਚ ਬੇਟੇ ਪਛਤਾਉਣ ਤੋਂ, ਬਾਅਦ ਵਿੱਚ ਚਰਚਾ ਕਰਨ ਤੋਂ ਫਿਰ ਕੋਈ ਫਾਇਦਾ ਨਹੀਂ। ਸੋ ਇਸ ਸਾਰੀਆਂ ਗੱਲਾਂ ਦਾ, ਇਸ ਸਾਰੇ ਮੀਡੀਅਮ ਦਾ ਇੱਕੋ ਇੱਕ ਮੰਤਵ ਹੈ ਕਿ ਅਸੀਂ ਸਾਰੇ ਸੁਚੇਤ ਹੋਈਏ, ਅਸੀਂ ਸਾਰੇ ਅਵੇਅਰ ਹੋਈਏ ਕਿ ਸਾਡੀ ਵੋਟਿੰਗ ਰਾਈਟਸ ਕਿੰਨੀ ਕੁ ਜ਼ਿਆਦਾ ਜ਼ਰੂਰੀ ਹੈ। ਸੋ ਸਾਰੀਆਂ ਵੀਡੀਓਜ਼ ਜੋ ਅੱਜ ਤੁਹਾਨੂੰ ਦਿਖਾਈਆਂ ਜਾਣਗੀਆਂ ਤੇ ਜਿਹੜੇ ਐਕਸਪਰਟ ਲੈਕਚਰਸ ਕਈ ਸਾਰੇ ਵਧੀਆ ਕਾਲਜਿਸ ਤੋਂ ਜੋ ਪ੍ਰੋਫੈਸਰਸ ਨੇ ਆਨਲਾਈਨ ਸਾਡੇ ਨਾਲ ਸੰਪਰਕ ਕਰਕੇ ਭੇਜੇ ਨੇ, ਉਹ ਸਾਰਿਆਂ ਵਿੱਚ ਮੂਲ ਤੌਰ ਤੇ ਤੁਹਾਨੂੰ ਵੋਟਿੰਗ ਅਵੇਅਰਨੈਸ ਬਾਰੇ ਹੀ ਜਾਗਰੂਕਤਾ ਦਿੱਤੀ ਜਾ ਰਹੀ ਤੇ ਜਿਹੜੀ ਵੀਡੀਓ ਦਿਖਾਈ ਜਾਏਗੀ ਉਹਦੇ 'ਚ ਤੁਹਾਨੂੰ ਇਲੈਕਸ਼ਨ ਦਾ ਢਾਂਚਾ, ਸਕੈਲੇਟਲ ਸਟਰਕਚਰ ਸਮਝਾਇਆ ਜਾਏਗਾ ਕਿ ਇਲੈਕਸ਼ਨ ਹੈ ਕੀ, ਕਿਹੜੀ ਤਰ੍ਹਾਂ ਦੇ ਹੁੰਦੇ ਆ। ਜਿਹਨੂੰ ਇਸ ਗੱਲ ਦਾ ਨਹੀਂ ਪਤਾ, ਅੱਜ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਅਵੇਅਰਨੈਸ ਸੈਸ਼ਨ ਹੋਏਗਾ। ਤੇ ਜਿਹੜੇ ਪੋਲੀਟੀਕਲ ਸਾਇੰਸ ਦੇ ਬੱਚੇ ਇੱਥੇ ਬੈਠੇ ਨੇ ਉਹਨਾਂ ਨੇ ਆਪਣੇ ਸਬਜੈਕਟ ਵਾਈਜ਼ ਵੀ ਆ ਗੱਲ ਪੜ੍ਹੀ ਹੋਏਗੀ, ਉਹਨਾਂ ਵਾਸਤੇ ਚਲੋ ਹੋਰ ਪੁਖਤਾ ਹੋ ਜਾਏਗੀ ਗੱਲ। ਜਿਹੜੀ ਤੁਸੀਂ ਕਿਤਾਬਾਂ 'ਚ ਪੜ੍ਹਦੇ ਹੋ ਉਹਦਾ ਤੁਸੀਂ ਜਿਹੜੇ ਐਕਸਪਰਟ ਹੈਗੇ ਆ ਉਹਨਾਂ ਦੇ ਸ਼ਬਦਾਂ 'ਚ ਗੱਲ ਸੁਣੋਗੇ ਤੇ ਤੁਹਾਨੂੰ ਹੋਰ ਤੁਹਾਡੀ ਨੌਲੇਜ ਵਿੱਚ ਵਾਧਾ ਹੋਏਗਾ। ਸੋ ਆ ਕੁਝ ਸ਼ਬਦਾਂ ਨਾਲ ਬੇਟੇ ਮੈਂ ਹੁਣ ਅੱਗੇ ਪ੍ਰੋਗਰਾਮ ਨੂੰ ਤੋਰਾਂਗਾ ਤੇ ਹੁਣ ਮੈਂ ਡਾਕਟਰ ਦਿਵਿਆ ਜੋਤੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਬਾਕੀ ਸਾਰੇ ਬੱਚੇ ਜਿਨ੍ਹਾਂ ਨੇ ਸਾਡੇ ਵਾਸਤੇ ਬਹੁਤ ਹੀ ਵਧੀਆ ਆਪਣੇ ਸ਼ਬਦਾਂ ਵਿੱਚ ਕੁਝ ਸਪੀਚਿਸ ਤਿਆਰ ਕੀਤੀਆਂ ਉਹ ਤੁਹਾਡੇ ਸਾਹਮਣੇ ਰੱਖਣਗੇ ਤਾਂ ਕਿ ਤੁਹਾਨੂੰ ਜੋ ਹੈ ਸਟੂਡੈਂਟਸ ਦੇ ਵਿਚਾਰ ਵੀ ਪਤਾ ਲੱਗ ਸਕਣ। ਮੈਂ ਹੋਰ ਇੱਕ ਇਹਦੇ ਨਾਲ ਐਡ ਕਰਨਾ ਚਾਹਾਂਗਾ ਬੇਟੇ, ਅਸੀਂ ਕੈਂਪਸ ਅੰਬੈਸਡਰ ਬਣਾਏ ਹੈ ਇਲੈਕਟੋਰਲ ਲਿਟਰੇਸੀ ਪ੍ਰੋਗਰਾਮ ਦੇ, ਜੋ ਇਲੈਕਸ਼ਨ ਕਮਿਸ਼ਨ ਨੇ ਕੈਂਪਸ ਵਿੱਚ ਸਾਨੂੰ ਹਿਦਾਇਤ ਦਿੱਤੀ ਕਿ ਅਸੀਂ ਬਣਾਉਣੇ ਸੀਗੇ ਕਲੱਬ। ਜਿਹੜਾ ਅਸੀਂ ਕਲੱਬ ਬਣਾਇਆ ਉਹਦੇ ਵਿੱਚ ਜਿਹੜੀ ਸਟੂਡੈਂਟਸ ਦੀ ਨੁਮਾਇੰਦਗੀ ਜਿਹੜੇ ਕਰਨਗੇ ਬੱਚੇ, ਉਹ ਮੁੰਡਿਆਂ ਵਿੱਚ ਧਨੰਜੇ BCom ਸੈਕੰਡ ਈਅਰ ਦੇ ਹੈ। ਧਨੰਜੇ, ਵੇਅਰ ਇਜ਼ ਧਨੰਜੇ ਕੈਂਪਸ ਪ੍ਰੋਫੈਸਰ ਹੈ BCom ਸੈਕੰਡ ਈਅਰ। ਇਸੇ ਤਰ੍ਹਾਂ ਬੇਟੇ BSc ਨॉन ਮੈਡੀਕਲ ਸੈਕੰਡ ਈਅਰ ਦੀ ਬੱਚੀ ਦਿਲਪ੍ਰੀਤ ਕੌਰ, ਕੁੜੀਆਂ ਦੀ ਬੇਟੇ ਕੈਂਪਸ ਅੰਬੈਸਡਰ ਹੈ ਇਲੈਕਟੋਰਲ ਲਿਟਰੇਸੀ ਪ੍ਰੋਗਰਾਮ ਦੀ। ਸੋ ਬੇਟੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਡਾਊਟ, ਕੋਈ ਸ਼ੰਕਾ, ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ, ਤੁਸੀਂ ਬੇਟੇ ਆਪਣੇ ਸਟੂਡੈਂਟਸ ਦੇ ਜਿਹੜੇ ਲੀਡਰ ਹੈਗੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਸੋ ਵੈਸੇ ਤੁਹਾਨੂੰ ਟਾਈਮ ਦੇ ਟਾਈਮ ਮੋਟੀਵੇਟ ਵੀ ਕਰਦੇ ਰਹਿਣਗੇ ਫॉर ਇਲੈਕਸ਼ਨਸ, ਬਟ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ। ਹੁਣ ਇੱਕ ਹੋਰ ਵੀ ਮੈਂ ਲਾਸਟ ਗੱਲ ਕਹਿਣਾ ਚਾਹਾਂਗਾ, ਹੁਣ ਇਲੈਕਸ਼ਨ ਕਮਿਸ਼ਨ ਨੇ ਬੇਟੇ ਹੁਣ ਐਪ ਬਣਾਤੀ ਹੈ, ਤੁਸੀਂ ਆਪਣੀ ਜਿਹੜੀ ਵੋਟ ਹੈ ਉਹ ਇਲੈਕਟ੍ਰੋਨਿਕਲੀ ਵੀ ਜੋ ਹੈ ਉਹਨੂੰ ਡਾਊਨਲੋਡ ਕਰ ਸਕਦੇ ਹੋ। ਤੁਹਾਨੂੰ ਜੇਬ ਵਿੱਚ ਵੋਟਰ ਕਾਰਡ ਲੈ ਕੇ ਜਾਣ ਦੀ ਲੋੜ ਨਹੀਂ। ਜੇ ਤੁਹਾਡਾ ਮੋਬਾਈਲ ਨੰਬਰ ਲਿੰਕਡ ਹੈ ਤੁਹਾਡੇ ਵੋਟਰ ਕਾਰਡ ਦੇ ਨਾਲ, ਤੁਸੀਂ ਉਹਨੂੰ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਕੇ ਰੱਖ ਸਕਦੇ ਹੋ। ਜਿਹੜਾ QR ਕੋਡ ਬੋਲੇਗਾ ਉਹਦੇ ਵਿੱਚ ਉਹੀਓ ਹੀ ਬੇਟੇ ਤੁਹਾਡੀ ਜੋ ਹੈ ਆਈਡੈਂਟੀਟੀ ਹੈ। ਸੋ ਤੁਹਾਨੂੰ ਵੋਟਰ ਕਾਰਡ ਜੇਬ ਵਿੱਚ ਲੈ ਕੇ ਜਾਣ ਦੀ ਲੋੜ ਨਹੀਂ। ਤੁਹਾਨੂੰ ਕਿਸੇ ਵੀ ਜਗ੍ਹਾ ਵੋਟਰ ਕਾਰਡ ਦੀ ਜਿਵੇਂ ਲੋੜ ਪੈਂਦੀ ਹੈ ਬੈਂਕ ਖਾਤਿਆਂ ਵਾਸਤੇ ਜਾਂ ਕਿਤੇ ਵੀ, ਅੱਜ ਤੋਂ ਬਾਅਦ ਲੋੜ ਨਹੀਂ। ਤੁਸੀਂ ਜੇ ਤੁਹਾਡਾ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਉਹਦੇ ਨਾਲ ਲਿੰਕ ਕਰਕੇ ਤੁਸੀਂ ਉਹਨੂੰ ਡਾਊਨਲੋਡ ਵੀ ਕਰ ਸਕਦੇ ਹੋ। ਸੋ ਫੈਸਿਲਿਟੀਜ਼ ਆਰ ਮੈਨੀ, ਬਟ ਜ਼ਰੂਰਤ ਹੈ ਕਿ ਬੇਟੇ ਅਸੀਂ ਅਵੇਅਰ ਹੋਈਏ ਆਪਣੇ ਰਾਈਟਸ ਦੇ ਪ੍ਰਤੀ ਤੇ ਇੱਕ ਵੋਟਰ ਕਾਰਡ ਦੀ ਜਾਂ ਵੋਟਿੰਗ ਰਾਈਟਸ ਦੀ ਕੀ ਸਿਗਨੀਫੀਕੈਂਸ ਹੈ ਇਹਨੂੰ ਸਮਝੀਏ। ਸੋ ਆ ਸ਼ਬਦਾਂ ਨਾਲ ਬੇਟੇ ਮੈਂ ਹੁਣ ਇਨਵਾਈਟ ਕਰਾਂਗਾ ਡਾਕਟਰ ਦਿਵਿਆ ਨੂੰ ਕਿ ਉਹ ਅਗਲੀ ਕਾਰਵਾਈ ਤੁਹਾਡੇ ਨਾਲ ਸਾਂਝੀ ਕਰੇ। ਬੜਾ ਇਨਫੋਰਮੇਟਿਵ ਵਰਡਸ ਦੇ ਵਿੱਚ ਸਰ ਨੇ ਸਾਡੇ ਨਾਲ ਸ਼ੇਅਰ ਕੀਤੀਆਂ ਗੱਲਾਂ ਤੇ ਮਤਲਬ ਮੈਂ ਸ਼ੋਰ ਹੈਗੀ ਹਾਂ ਇਸ ਚੀਜ਼ ਦੇ ਲਈ ਕਿ ਜਿਵੇਂ ਹੀ ਇਹ ਸੈਸ਼ਨ ਦਾ ਐਂਡ ਹੋਊਗਾ ਯੂ ਵਿਲ ਗੈਟ ਅ ਲੋਟ ਆਫ ਨਿਊ ਥਿੰਗਸ। ਜਿਵੇਂ ਕਿ ਸਰ ਨੇ ਹੁਣੇ ਦੱਸਿਆ ਕਿ ਤੁਸੀਂ ਇਲੈਕਟ੍ਰੋਨਿਕ ਜਿਹੜਾ ਆਪਣਾ ਵੋਟਰ ID ਕਾਰਡ ਹੈ ਉਹ ਜਨਰੇਟ ਕਰ ਸਕਦੇ ਹੋ, ਤਾਂ ਮੈਨੂੰ ਐਂ ਲੱਗ ਰਿਹਾ ਸੀ ਕਿ ਸ਼ਾਇਦ ਡਿਜੀਟਲ ਇੰਡੀਆ ਦੀ ਸ਼ੁਰੂਆਤ ਹੈ ਜਿਹੜੀ ਉਹ ਇੱਕ ਫਿਜ਼ੀਬਲ ਵੇ ਦੇ ਅੰਦਰ ਹੋਣੀ ਸ਼ੁਰੂ ਹੋ ਗਈ ਹੈ। ਤੇ ਇਸ ਤੋਂ ਪਹਿਲੇ ਕਿ ਅਸੀਂ ਜਿਹੜੇ ਸਟੂਡੈਂਟਸ ਆਪਣੇ ਵਿਚਾਰ ਇੱਥੇ ਪੇਸ਼ ਕਰਨਾ ਚਾਹੁੰਦੇ ਉਹਨਾਂ ਨੂੰ ਮੰਚ ਤੇ ਬੁਲਾਈਏ, ਮੈਂ ਰਿਕੁਐਸਟ ਕਰਦੀ ਹਾਂ ਪ੍ਰੋਫੈਸਰ ਪ੍ਰਗਟ ਸਿੰਘ ਨੂੰ ਕਿ ਉਹ ਵੀ ਆ ਕੇ ਇੱਥੇ ਸਾਡੇ ਨਾਲ ਦੋ ਲਫ਼ਜ਼ ਸਾਂਝੇ ਕਰਨ। ਸਤਿਕਾਰਯੋਗ ਪ੍ਰਿੰਸੀਪਲ ਸਾਹਿਬਾਨ, ਸਤਿਕਾਰਯੋਗ ਕਲੀਗਸ ਤੇ ਪਿਆਰੇ ਵਿਦਿਆਰਥੀਓ, ਤੁਹਾਨੂੰ ਇਸ ਵੋਟਰ ਦਿਵਸ ਤੇ ਬਹੁਤ ਸ਼ੁਭਕਾਮਨਾਵਾਂ। ਅੱਜ ਆਪਾਂ 11ਵਾਂ ਜਿਹੜਾ ਵੋਟਰ ਦਿਵਸ ਆ ਉਹ ਸੈਲੀਬ੍ਰੇਟ ਕਰ ਰਹੇ ਹਾਂ। ਇਹਦੀ ਜਿਹੜੀ ਸ਼ੁਰੂਆਤ ਆ ਉਹ 25 ਜਨਵਰੀ 2011 ਦੇ ਵਿੱਚ
ਸ਼ੁਰੂ ਹੋਈ ਸੀਗੀ ਜਦੋਂ ਆਪਣੀ ਉਸ ਸਮੇਂ ਦੀ ਆਪਣੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਣਬ ਮੁਖਰਜੀ ਦੁਆਰਾ ਇਸ ਦਾ ਆਪਣਾ ਉਦਘਾਟਨ ਕੀਤਾ ਗਿਆ। ਸੋ ਵੋਟਾਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਨੁੱਖ ਬਾਰੇ ਕਿ ਜਿਵੇਂ ਆਪਾਂ ਨੂੰ ਤਾਂ ਆਪਣਾ ਆਹ ਦੂਜਾ ਪੋਲੀਟੀਕਲ ਸਾਇੰਸ ਵਾਲਿਆਂ ਨੂੰ ਤਾਂ ਪਤਾ ਕਿ ਜਿਹੜਾ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਫਾਦਰ ਆਫ ਪੋਲੀਟੀਕਲ ਸਾਇੰਸ, ਉਹਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਆ, ਕਿ ਮਨੁੱਖ ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ। ਉਸੇ ਤਰ੍ਹਾਂ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਮਨੁੱਖ ਕੀ ਹੈ, ਇੱਕ ਰਾਜਨੀਤਿਕ ਪ੍ਰਾਣੀ ਵੀ ਆ, ਕਿ ਮਨੁੱਖ ਕੀ ਆ, ਰਾਜ ਤੋਂ ਬਿਨਾਂ ਜਾਂ ਰਾਜਨੀਤੀ ਤੋਂ ਬਿਨਾਂ ਨਹੀਂ ਰਹਿ ਸਕਦਾ। ਰਾਜਨੀਤੀ ਕੀ ਆ, ਸ਼ਕਤੀ ਨੂੰ ਆਪਦੇ ਵੱਲ ਕਰਨਾ, ਵੱਧ ਤੋਂ ਵੱਧ ਸ਼ਕਤੀ ਪ੍ਰਾਪਤ ਕਰਨਾ। ਹਰੇਕ ਮਨੁੱਖ ਦੇ ਵਿੱਚ ਇਹ ਇੱਛਾ ਹੁੰਦੀ ਆ ਕਿ ਮੈਂ ਆਪਣੀ ਜਿਹੜੀ ਵੱਧ ਤੋਂ ਵੱਧ ਜਿਹੜੀ ਸ਼ਕਤੀ ਆ ਉਹ ਆਪਣੀ ਪ੍ਰਾਪਤ ਕਰਾਂ। ਇਸੇ ਤਰ੍ਹਾਂ ਜਿਹੜਾ ਰਾਜਿਆਂ ਦਾ ਮਹਾਰਾਜਿਆਂ ਦਾ ਜਿਹੜਾ ਦੌਰ ਆ ਉਹ ਚੱਲਦਾ ਰਿਹਾ, ਵੱਧ ਤੋਂ ਵੱਧ ਸ਼ਕਤੀ ਆ ਪ੍ਰਾਪਤ ਕਰਨ ਦੇ ਲਈ। ਪਰੰਤੂ ਜਦੋਂ ਭਾਰਤ ਦਾ ਸੰਵਿਧਾਨ ਬਣਿਆ, ਉਹਦੇ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸੰਵਿਧਾਨ ਦੀ ਧਾਰਾ 326 ਦੇ ਤਹਿਤ ਸਰਵਜਨਕ ਬਾਲਗ ਮਤ ਅਧਿਕਾਰ ਆ ਜਿਹੜਾ ਉਹ ਦਿੱਤਾ ਗਿਆ ਵੀ ਕਿਸੇ ਵੀ ਨਾਗਰਿਕ ਨਾਲ ਕਿਸੇ ਵੀ ਤਰ੍ਹਾਂ ਦਾ ਧਰਮ, ਜਾਤ, ਰੰਗ, ਕਿਸੇ ਵੀ ਆਧਾਰ ਦੇ ਉੱਤੇ ਭੇਦਭਾਵ ਨਹੀਂ ਕੀਤਾ ਜਾਊਗਾ। ਤੇ ਉਸੇ ਕੜੀ ਦੇ ਵਿੱਚ 25 ਜਨਵਰੀ 1950 ਨੂੰ ਜਿਹੜੀ ਆਪਣੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਭਾਰਤੀ ਚੋਣ ਕਮਿਸ਼ਨ, ਉਹਦਾ ਜਿਹੜਾ ਆਪਣਾ ਜਿਹੜਾ ਨਿਰਮਾਣ ਆ ਉਹ ਕੀਤਾ ਗਿਆ ਤੇ 26 ਜਨਵਰੀ ਨੂੰ ਆਪਣਾ ਸੰਵਿਧਾਨ ਲਾਗੂ ਹੋਇਆ। ਸੋ ਇਸ ਤਰ੍ਹਾਂ ਜਿਹੜੀ ਆਪਣੀ ECI ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹ ਇੱਕ ਸੰਵਿਧਾਨਿਕ ਬੋਡੀ ਆ। ਸੰਵਿਧਾਨ ਦੇ ਤਹਿਤ ਉਹਦਾ ਨਿਰਮਾਣ ਕੀਤਾ ਗਿਆ। ਕਿਉਂ ਕੀਤਾ ਗਿਆ ਸੰਵਿਧਾਨ ਦੇ ਤਹਿਤ ਨਿਰਮਾਣ? ਤਾਂ ਕਿ ਜਿਨ੍ਹਾਂ ਨੇ ਦੇਸ਼ ਚਲਾਉਣਾ, ਆਪਣੇ MLA, MP, ਰਾਸ਼ਟਰਪਤੀ, ਵਾਈਸ ਪ੍ਰੈਜ਼ੀਡੈਂਟ ਜਾਂ ਜਿਹੜੇ ਆਪਣੇ PM ਆ, ਕਿ ਉਹਨਾਂ ਦੀ ਜਿਹੜੀ ਚੋਣ ਆ ਉਹ ਸੰਵਿਧਾਨ ਦੇ ਤਹਿਤ ਹੋਵੇ। ਇਸੇ ਲਈ ਜਿਹੜਾ ਆਪਣਾ ਚੋਣ ਕਮਿਸ਼ਨ ਆ ਉਹਨੂੰ ਸੰਵਿਧਾਨਕ ਜਿਹੜੀ ਬੋਡੀ ਆ ਉਹ ਬਣਾਇਆ ਗਿਆ। ਸੋ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਵੋਟ ਅਧਿਕਾਰ ਦੀ। ਜਿਵੇਂ ਇੰਗਲੈਂਡ ਦੀ ਗੱਲ ਕਰਦੇ ਹਾਂ, ਇੰਗਲੈਂਡ ਇੱਕ ਡੈਮੋਕ੍ਰੇਟਿਕ ਕੰਟਰੀ ਆ, ਪਰ ਉੱਥੇ ਵੀ ਜਿਹੜੇ ਨਾਗਰਿਕਾਂ ਨੂੰ ਸ਼ੁਰੂ ਦੇ ਵਿੱਚ ਅਧਿਕਾਰ ਆ, ਉੱਥੋਂ ਦੀ ਸਿਰਫ 3% ਜਨਤਾ ਨੂੰ ਜਿਹੜਾ ਕੀ ਸੀਗਾ, ਵੋਟ ਦਾ ਅਧਿਕਾਰ ਸੀ। ਪਰੰਤੂ ਭਾਰਤ ਸੰਸਾਰ ਦਾ ਅਜਿਹਾ ਪਹਿਲਾ ਦੇਸ਼ ਆ ਜਿੱਥੇ ਇੱਕੋ ਕਲਮ ਦੇ ਨਾਲ, ਯਾਨੀ ਕਿ ਇੱਕੋ ਝਟਕੇ ਦੇ ਵਿੱਚ ਸਾਰੇ ਦੇ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਜਿਹੜਾ ਆਪਣਾ ਵੋਟ ਦਾ ਅਧਿਕਾਰ ਆ ਉਹ ਪ੍ਰਦਾਨ ਕੀਤਾ ਗਿਆ। ਇਸੇ ਕਾਰਨ ਜਿਹੜਾ ਭਾਰਤ ਅੱਜ ਵੀ ਕੀ ਆ, ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਆ, ਜਿਹਦੇ ਵਿੱਚ 74 ਕਰੋੜ ਦੇ ਨੇੜੇ ਤੇੜ ਜਿਹੜੇ ਆਪਣੇ ਵੋਟਰ ਆ ਉਹ ਸ਼ਾਮਲ ਆ। ਜਿਵੇਂ ਅੱਜ ਕਈ ਜਿਹੜੇ ਦੇਸ਼ ਆ ਉਹ ਬੁਢਾਪੇ ਨਾਲ ਜੂਝ ਰਹੇ ਆ, ਜਿਵੇਂ ਚੀਨ ਹੋ ਗਿਆ, ਰਸ਼ੀਆ ਹੋ ਗਿਆ, ਪਰੰਤੂ ਭਾਰਤ ਦੇ ਕੋਲੇ ਕੀ ਇੱਕ ਯੁਵਾ ਦੇਸ਼ ਹੈ ਇਹਦੇ ਕੋਲੇ, ਕਿਉਂਕਿ ਇਹਦੇ ਕੋਲੇ 77 ਤੋਂ 78 ਕਰੋੜ ਦੇ ਨੇੜੇ ਤੇੜ ਯੁਵਾ ਵੋਟਰ ਆ। ਸੋ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਵੋਟ ਅਧਿਕਾਰ ਦੀ, ਕਿ ਆਪਾਂ ਨੂੰ ਵੋਟ ਅਧਿਕਾਰ ਵਰਤਣਾ ਚਾਹੀਦਾ ਜਾਂ ਨਹੀਂ ਵਰਤਣਾ ਚਾਹੀਦਾ। ਜਿਵੇਂ ਕਿ ਸੰਵਿਧਾਨ ਦੇ ਤਹਿਤ ਸਾਨੂੰ ਸਾਰਿਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ। ਪਹਿਲਾਂ ਜਿਹੜੀ ਇਹਦੀ ਉਮਰ ਸੀ 21 ਸਾਲ ਸੀ, ਪਰੰਤੂ ਜਿਹੜੀ 61st ਅਮੈਂਡਮੈਂਟ ਸੀ ਕਨਸਟੀਟਿਊਸ਼ਨ ਦੀ, ਜਿਹੜੀ 1999 ਨੂੰ ਹੋਈ ਸੀ, ਉਹਦੇ ਤਹਿਤ ਜਿਹੜੇ ਆਪਣੇ ਦੇਸ਼ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਆ ਸ਼੍ਰੀ ਰਾਜੀਵ ਗਾਂਧੀ, ਉਹਨਾਂ ਦੁਆਰਾ ਜਿਹੜੀ ਉਮਰ ਆ ਉਹ 21 ਸਾਲ ਤੋਂ ਘਟਾ ਕੇ 18 ਸਾਲ ਕਰਤੀ, ਤਾਂ ਕਿ ਜਿਹੜੇ ਵੱਧ ਤੋਂ ਵੱਧ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਰਾਜਨੀਤੀ ਦੇ ਵਿੱਚ ਹਿੱਸਾ ਲਵੇ। ਕਈ ਲੋਕ ਕਹਿੰਦੇ ਆ ਕਿ ਰਾਜਨੀਤੀ ਆਪਣੀ ਮਾੜੀ ਆ, ਪਰੰਤੂ ਰਾਜਨੀਤੀ ਚੰਗੀ ਆ, ਕਿਉਂਕਿ ਜਿਹੜੀ ਰਾਜਨੀਤੀ ਆ, ਠੀਕ ਆ, ਉਹ ਸਕੂਲਾਂ 'ਚੋਂ ਆਪਣਾ ਉਪਜਦੀ ਆ, ਕਾਲਜਾਂ 'ਚੋਂ ਉਪਜਦੀ ਆ। ਸੋ ਆਪਾਂ ਨੂੰ ਸਾਰਿਆਂ ਨੂੰ ਕੀ ਆ, ਵੋਟਾਂ ਦੇ ਵਿੱਚ ਜਿਹੜਾ ਭਾਗ ਆ ਉਹ ਲੈਣਾ ਚਾਹੀਦਾ। ਕਿਉਂਕਿ ਜਿਵੇਂ ਆਪਾਂ ਗੱਲ ਕਰੀਏ 2019 ਦੇ ਲੋਕ ਸਭਾ ਇਲੈਕਸ਼ਨਸ ਦੀ, ਤਾਂ ਉਹਦੇ ਵਿੱਚ ਜਿਹੜੀ ਆਪਣੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਦੇ ਰਿਕਾਰਡ ਦੇ ਮੁਤਾਬਕ 50% ਜਿਹੜੇ ਕੈਂਡੀਡੇਟ ਇਹੋ ਜਿਹੇ ਆ ਜਿਹੜੇ ਜਿੱਤ ਕੇ ਸੰਸਦ ਦੇ ਵਿੱਚ ਗਏ ਆ, ਜਿਨ੍ਹਾਂ ਦਾ ਕੋਈ ਨਾ ਕੋਈ ਕ੍ਰਿਮੀਨਲ ਰਿਕਾਰਡ ਆ। ਸੋ ਜੇਕਰ ਆਪਾਂ ਆਪ ਹੀ ਚੁਣ ਕੇ ਅਜਿਹੇ ਲੋਕਾਂ ਨੂੰ ਵਿੱਚ ਸੰਸਦ ਦੇ ਭੇਜ ਰਹੇ ਆ, ਤਾਂ ਉਹਨਾਂ ਦਾ ਆਪਾਂ ਕਿਹੜੇ ਕਾਨੂੰਨਾਂ ਦੀ ਆਸ ਕਰ ਸਕਦੇ। ਸੋ ਜੇਕਰ ਆਪਾਂ ਆਪਦੀ ਵੋਟ ਦਾ ਸਹੀ ਇਸਤੇਮਾਲ ਕਰਨਾ, ਸਹੀ ਕੈਂਡੀਡੇਟ ਚੁਣਨੇ ਆ, ਤਾਂ ਉਹਦੇ ਲਈ ਆਪਾਂ ਨੂੰ ਜਿਹੜੀ ਆਪਣੀ ਵੋਟ ਆ ਉਹ ਪਾਉਣੀ ਪਊਗੀ, ਕਿਉਂਕਿ ਉਹ ਤੋਂ ਬਿਨਾਂ ਜਿਹੜਾ ਕੋਈ ਵੀ ਜਿਹੜਾ ਹੱਲ ਆ ਉਹ ਨਹੀਂ। ਪੁਰਾਣੇ ਸਮਿਆਂ ਦੇ ਵਿੱਚ ਤਖਤਾ ਆਪਣਾ ਕਰਨ ਦੇ ਲਈ, ਯਾਨੀ ਕਿ ਸੱਤਾ ਨੂੰ ਇੱਕ ਦੂਜੇ ਹੱਥ ਤੋਂ ਆਪਣਾ ਲਿਜਾਣ ਦੇ ਲਈ ਕ੍ਰਾਂਤੀਆਂ ਹੁੰਦੀਆਂ ਸੀ, ਪਰੰਤੂ ਆਪਾਂ ਨੂੰ ਹੁਣ ਇੱਕ ਜਿਹੜੀ ਕ੍ਰਾਂਤੀ ਆ ਉਹ ਆਪਣੀ ਵੋਟ ਹੀ ਆ, ਕਿ ਆਪਾਂ ਜੇਕਰ ਕਿਸੇ ਕੈਂਡੀਡੇਟ ਨੂੰ ਨਹੀਂ ਪਸੰਦ ਕਰਦੇ
ਜਾਂ ਉਹਨੇ ਆਪਣੇ ਲਈ ਕੋਈ ਕੰਮ ਨਹੀਂ ਕੀਤਾ ਤਾਂ ਉਹਨੂੰ ਆਪਾਂ ਅਗਲੀਆਂ ਚੋਣਾਂ ਦੇ ਵਿੱਚ ਜਿਹੜਾ ਕੀ ਕਰ ਸਕਦੇ ਹਾਂ, ਹਰਾ ਕੇ ਕੀ ਕਰ ਸਕਦੇ, ਉਹਨੂੰ ਸਾਈਡ ਤੇ ਕਰਕੇ ਜਿਹੜਾ ਕੋਈ ਵਧੀਆ ਕੈਂਡੀਡੇਟ ਉਹਨੂੰ ਆਪਾਂ ਖੜਾ ਕਰ ਸਕਦੇ ਹਾਂ। ਠੀਕ ਆ। ਸੋ ਜਦੋਂ ਵੀ ਕਦੇ ਆਪਾਂ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਨਾ ਉਹ ਸੋਚ ਸਮਝ ਕੇ ਕਰਨਾ। ਤੇ ਇਸ ਤੋਂ ਇਲਾਵਾ ਜਿਵੇਂ ਇੱਕ ਗੱਲ ਚੱਲਦੀ ਹੈ, ਇੱਕ ਰਾਸ਼ਟਰ ਇੱਕ ਚੁਣਾਵ, ਸੁਣੀ ਹੋਣੀ ਸਾਰਿਆਂ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੱਕ ਰਾਸ਼ਟਰ ਹੋਣਾ ਚਾਹੀਦਾ, ਇੱਕ ਚੋਣਾਂ ਹੋਣੀਆਂ ਚਾਹੀਦੀਆਂ, ਤਾਂ ਕਿ ਜਿਹੜਾ ਚੋਣਾਂ ਤੇ ਹੋਣ ਵਾਲਾ ਜਿਹੜਾ ਖਰਚਾ ਉਹਨੂੰ ਘੱਟ ਕੀਤਾ ਜਾ ਸਕੇ। ਕੱਲੀਆਂ 2019 ਦੀਆਂ ਚੋਣਾਂ ਦੇ ਵਿੱਚ ਸਰਕਾਰ ਦਾ 60,000 ਕਰੋੜ ਰੁਪਈਆ ਕੱਲੀਆਂ ਚੋਣਾਂ 'ਚ ਵੇਸਟ ਹੋ ਗਿਆ। ਉਸ ਤੋਂ ਇਲਾਵਾ ਜੇਕਰ ਆਪਾਂ ਕੀ ਆਹ ਜਿਹੜੇ ਲੋਕ ਆ ਉਹ ਵੋਟ ਕਾਸਟ ਕਿਉਂ ਘੱਟ ਕਰਦੇ ਆ, ਪਾਉਂਦੇ ਕਿਉਂ ਘੱਟ ਆ, ਔਰਤਾਂ ਦੀ ਭੂਮਿਕਾ ਜ਼ਿਆਦਾ ਤੌਰ ਤੇ, ਜਿਵੇਂ ਮੈਂ ਆਹ ਆਪਣਾ ਕਲਾਸ 'ਚ ਵੀ ਕਹਿੰਦਾ ਹੁੰਦਾ ਕਿ ਕੁੜੀਆਂ ਵੋਟਾਂ ਬਣਾਉਣ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋ ਗਈ, ਪਰੰਤੂ ਕਹਿੰਦੀਆਂ ਜੀ ਵਿਆਹ ਤੋਂ ਬਾਅਦ ਸਾਨੂੰ ਵੋਟ ਕਟਾਉਣੀ ਪਊਗੀ। ਇਹ ਤਾਂ ਕਿਸੇ ਮਸਲੇ ਦਾ ਹੱਲ ਨਹੀਂ। ਠੀਕ ਆ। ਕਿਉਂਕਿ ਜੇਕਰ ਆਪਾਂ ਹਿੱਸਾ ਹੀ ਨਹੀਂ ਲੈਂਦੇ ਕਿਸੇ ਚੀਜ਼ 'ਚ ਤਾਂ ਸਰਕਾਰ ਨੂੰ ਮਾੜਾ ਕਹਿਣ ਦਾ ਸਾਡਾ ਕੋਈ ਹੱਕ ਵੀ ਹੈ ਨਹੀਂ, ਕਿਉਂਕਿ ਜਦੋਂ ਆਪਾਂ ਵੋਟ ਦੇ ਵਿੱਚ ਹਿੱਸਾ ਹੀ ਨਹੀਂ ਲਿਆ। ਉਸੇ ਤਰ੍ਹਾਂ ਜੇਕਰ ਇਲੈਕਸ਼ਨ ਕਮਿਸ਼ਨ ਨੇ ਵੀ ਲੋਕਾਂ ਦਾ ਵਿਸ਼ਵਾਸ ਜਿੱਤਣਾ, ਆਮ ਤੌਰ ਤੇ ਆਪਾਂ ਸੁਣਿਆ ਹੋਣਾ ਕਿ ਵੋਟਾਂ ਦੇ ਵਿੱਚ ਧਾਂਦਲੀ ਹੁੰਦੀ ਆ, ਹੇਰਾ ਫੇਰੀ ਹੁੰਦੀ ਆ, ਹੈ ਨਾ, ਕਹਿੰਦੇ EVM ਹੈਕ ਹੋ ਗਈ। ਤਾਂ ਉਹਦੇ ਲਈ ਕੀ ਕਰਨੇ ਚਾਹੀਦੇ, ਜਿਹੜੇ ਇਲੈਕਸ਼ਨ ਆ ਉਹ ਬੈਲਟ ਪੇਪਰ ਤੇ ਕਰਾਉਣਾ ਚਾਹੀਦਾ, ਤਾਂ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਜਿੱਤਿਆ ਜਾ ਸਕੇ। ਠੀਕ ਆ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਚੋਣਾਂ ਦੇ ਵਿੱਚ ਭਾਗ ਲਓਗੇ ਤੇ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜਾ ਆਪਣਾ ਜਿਹੜਾ ਆਉਣ ਵਾਲਾ ਭਵਿੱਖ ਆ ਉਹਨੂੰ ਸਫਲ ਬਣਾਓਗੇ। ਕਿਉਂਕਿ ਜੇਕਰ ਤੁਹਾਨੂੰ ਅਧਿਕਾਰ ਦਿੱਤਾ ਗਿਆ ਤਾਂ ਉਹਦੀ ਜਿਹੜੀ ਵਰਤੋਂ ਉਹ ਕਰਨੀ ਚਾਹੀਦੀ ਹੈ। ਜੇਕਰ ਆਪਾਂ ਕਿਸੇ ਚੀਜ਼ ਨੂੰ ਨਾ ਵਰਤ ਗਏ ਤਾਂ ਹੌਲੀ ਹੌਲੀ ਜਿਹੜੀ ਚੀਜ਼ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਉਮੀਦ ਆ ਕੁੜੀਆਂ ਵਿਸ਼ੇਸ਼ ਤੌਰ ਤੇ ਕਿ ਆਪਣੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਪੂਰੀ ਹੋ ਗਈ ਉਹ ਆਪਣੀ ਜਿਹੜੀ ਵੋਟ ਆ ਉਹ ਬਣਾਉਣਗੇ ਤੇ ਸਹੀ ਕੈਂਡੀਡੇਟ ਨੂੰ ਪਾਉਣਗੇ। ਧੰਨਵਾਦ। ਥੈਂਕ ਯੂ ਸਰ। ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਸਰ ਨੇ ਤੁਹਾਨੂੰ ਸਭ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਦੇ ਨਾਲ ਹੀ ਸਰ ਨੇ ਰੋਲ ਆਫ ਕਨਸਟੀਟਿਊਸ਼ਨ ਜਿਹੜਾ ਹੈ ਉਹ ਵੀ ਡਿਸਕਸ ਕੀਤਾ। One book, 25 parts, 448 articles, 12 schedules, don't ring a bell, right? Well, we all still live according to that book and we have to. ਬਿਕੋਜ਼ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ, ਜਿਹੜਾ ਆਪਣਾ ਸੰਵਿਧਾਨ ਹੈ, ਇਹ ਬਾਬਾ ਸਾਹਿਬ ਨੇ ਬਹੁਤ ਸਾਰੀਆਂ ਕੰਟਰੀਜ਼ ਵਿਜ਼ਿਟ ਕਰਕੇ ਉਹਨਾਂ ਸਭ ਦਾ ਆਪਾਂ ਕਹੀਏ ਕਿ ਕੰਬੀਨੇਸ਼ਨ ਜਾਂ ਕ੍ਰੀਏਟ ਕਰਤਾ। ਜਿਵੇਂ ਸਰ ਨੇ ਕਿਹਾ ਕਿ ਇੱਕ ਆਪਣਾ ਇੰਡੀਆ ਹੀ ਹੈ ਜਿਸ ਦੇ ਅੰਦਰ ਮੈਕਸਿਮਮ ਕੰਟਰੀਬਿਊਸ਼ਨ ਜਿਹੜੀ ਹੈ ਵੋਟਰਸ ਦੀ ਰਹਿੰਦੀ ਹੈ। ਮਤਲਬ ਜਿਹੜੀ ਆਪਾਂ ਆਪਣੀ ਗਵਰਨਮੈਂਟ ਬਿਲਡਅਪ ਕਰਦੇ ਹਾਂ, ਵੀ ਕੰਟਰੀਬਿਊਟ ਐਟ ਦ ਮੈਕਸ ਇਨ ਦੈਟ। ਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਜਿਹੜੇ ਵਿਦਿਆਰਥੀ ਨੇ ਸਾਡੇ ਜਿਨ੍ਹਾਂ ਨੇ ਕੁਝ ਇੱਥੇ ਆਪਣੇ ਵਿਚਾਰ ਸਾਂਝੇ ਕਰਨੇ ਨੇ, ਮੈਂ ਉਹਨਾਂ ਨੂੰ ਤਰਤੀਬ ਵਾਈਜ਼ ਇੱਥੇ ਡਾਈਸ ਤੇ ਇਨਵਾਈਟ ਕਰਨਾ ਚਾਹਾਂਗੀ। ਸਭ ਤੋਂ ਪਹਿਲੇ ਨਿਤਾਸ਼ਾ, BSc ਸੈਕੰਡ ਈਅਰ। Teachers and my dear friends, a very good afternoon to all of you. I am Nitasha from BSc. On the occasion of Voter Days, my speech is on voting. India is a democratic country. Democracy means government of people, by the people and for the people. Voting refers to the right to vote for electing a candidate. Electing government representative is an important task for every citizen of a democratic country. The government is set up for the proper functioning of the country and should always uphold for the betterment of the citizen. In order to encourage more younger voters to take part in the political process, Government of India has decided to celebrate January 25 every year as a National Voter Days. It has been started from January 25, 2011 to mark Commission Foundation Day. When citizens vote, they play an important role in the formation of their country law-making body and thus they indirectly participate in law system. Elective rights should be taken seriously. Citizens who take their citizenship for granted and don't cast vote are said to be irresponsible citizens of the country. Voting is for public involvement in creating this country's government.
Every citizen who attains age of 18 can cast their vote. A country fate can be decided by its citizens through them to right to vote. Voting rights is if not utilized, make the word democracy useless. That voting power is a great power, who is passed on upon citizen of a democratic country. Eligible voters who don't vote don't realize importance of this power, which people in non-democratic nation crave to earn. Importance of voting, human rights. Voting rights is a basic human rights for all citizens living in a democratic nation. People have fought for this right for many years and earned it. This should be respected and rights should be able at any cost. If we fail to vote, we disrespect our entire system. Choice. Voting gives us the right to voice out our choice. We get to pick and choose the government and its representative. This choice should be made wisely. Responsibility. We should vote with responsibility since the country's future lies on our decision in electing the right candidate who is not corrupt and will not exploit his or her powers is very important. Empowerment. Voting gives a sense of empowerment to every individual. In the end, I want to say people in urban areas tend to take things lightly when it comes to voting. Since not casting your vote does not seem to cause any immediate or visible harm, its long-term latent consequences are casually ignored. It is important for everyone to realize advantages of voting and disadvantages of not voting. Voting is the expression of our commitment to ourselves, one another, this country, and this world. Thanks. थैंक्स अ लॉट निताशा अगले ਜਿਹੜੇ ਵਕਤਾ ਨੇ ਉਹ ਨੇ ਧਨੰਜੇ ਬੀਕਾਮ ਸੈਕੰਡ ਈਅਰ Abraham Lincoln once said, "The ballot is stronger than the bullet." Good afternoon, respected principal sir, professors, and my dear friends. As we all know that we have gathered here on the occasion of National Voters' Day, so I am in front of you to tell you the importance of this day. India is a democratic country. Every citizen has basic right to vote. He or she has right to select his or her leader to whoever they think is capable of leading the nation, solve problem of common people, bring out changes, etc. National Voters' Day is a significant root of India as future of country lies in leader that we choose. National Voters' Day is celebrated every year with a particular theme. It not only encourages the youth to participate in electoral process, but also focuses that right to vote is the basic right. This is the 11th National Voters' Day. 25th January is the foundation day of Election Commission of India, which came into existence in 1950. This day was first celebrated in 2011 to encourage young voters to take part in electoral process. No doubt it is day to celebrate right to vote and also the democracy of India. Election Commission's main objective is to increase enrollment of voters, especially the eligible ones. Earlier, the eligible age for voting was 21 years, but afterwards it was lowered to 18 years. Every year, National Voters' Day was celebrated at New Delhi in presence of Honorable President of India as chief guest. Celebration starts with welcome speech. Several cultural activities like folk dance, plays, music, drawing competition on different themes, etc. are organized. The Electoral Commission allows a person to vote in different place where he or she resides. If voting is done from 2 or more different places, it is considered to be an offense. This should be intimated the Electoral Commission whenever he or she changes his or her place of living. Therefore, we can say that National Voters' Day is an important day celebrated in India every year on 25th of January to spread the awareness among youth so that they can cast their votes to a responsible person and participate in the development of the country. Thank you and have a nice day. ਥੈਂਕ ਯੂ ਧਨੰਜੇ ਅਗਲੇ ਵਿਦਿਆਰਥੀ ਜੋ ਆਪਣੇ ਵਿਚਾਰ ਲੈ ਕੇ ਮੰਚ ਤੇ ਆ ਰਹੇ ਨੇ ਮੈਂ ਪੂਜਾ BA ਫਾਈਨਲ ਈਅਰ ਸਤਿਕਾਰਯੋਗ ਪ੍ਰਿੰਸੀਪਲ ਸਾਹਿਬਾਨ ਅਧਿਆਪਕ ਸਾਹਿਬਾਨ ਤੇ ਮੇਰੇ ਪਿਆਰੇ ਵਿਦਿਆਰਥੀਓ ਮੇਰੇ ਵੱਲੋਂ ਸਾਰਿਆਂ ਨੂੰ ਨੈਸ਼ਨਲ ਵੋਟਰਸ ਦਿਵਸ ਦੀਆਂ ਲੱਖ ਲੱਖ ਵਧਾਈਆਂ
ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਸੀਂ 11ਵਾਂ ਨੈਸ਼ਨਲ ਵੋਟਰਸ ਡੇ ਮਨਾਉਣ ਜਾ ਰਹੇ ਹਾਂ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਦਿਨ ਕਿਉਂ ਮਨਾਉਂਦੇ ਹਾਂ ਤੇ ਇਹ ਸਾਡੇ ਲਈ ਕਿਉਂ ਜ਼ਰੂਰੀ ਹੈ। ਤੇ ਅਸੀਂ ਇਸੇ ਦਿਨ ਹੀ ਨੈਸ਼ਨਲ ਵੋਟਰਸ ਡੇ ਕਿਉਂ ਮਨਾਉਂਦੇ ਹਾਂ, ਕਿਉਂਕਿ 25 ਜਨਵਰੀ 1950 ਨੂੰ ਨੈਸ਼ਨਲ ਵੋਟਰਸ ਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ ਸੀ। ਸਾਡਾ ਇਹ ਦਿਨ ਮਨਾਉਣ ਪਿੱਛੇ ਬਹੁਤ ਵੱਡਾ ਕਾਰਨ ਹੈ, ਕਿਉਂਕਿ ਇਹ ਦੇਖਿਆ ਗਿਆ ਹੈ ਕਿ ਅੱਜ ਦੇ ਨੌਜਵਾਨਾਂ ਵਿੱਚ ਵੋਟ ਬਣਵਾਉਣ ਤੇ ਇਸ ਨੂੰ ਪਾਉਣ ਦਾ ਰੁਝਾਨ ਖਤਮ ਹੋਣ ਜਾ ਰਿਹਾ ਹੈ, ਜਿਸ ਕਰਕੇ ਸੱਤਾ ਗਲਤ ਹੱਥਾਂ ਵਿੱਚ ਜਾ ਰਹੀ ਹੈ ਤੇ ਸਾਡੇ ਦੇਸ਼ ਦਾ ਵਿਕਾਸ ਦਿਨ ਪ੍ਰਤੀ ਦਿਨ ਘਟਦਾ ਹੀ ਜਾ ਰਿਹਾ ਹੈ। ਇਸ ਕਰਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹ ਨਿਸ਼ਚਿਤ ਕੀਤਾ ਕਿ ਜਿਸ ਨੌਜਵਾਨ ਦੀ ਉਮਰ 18 ਸਾਲ ਪੂਰੀ ਹੋ ਜਾਵੇਗੀ ਉਸ ਦਾ ਵੋਟ ਬਣਵਾ ਦਿੱਤਾ ਜਾਵੇਗਾ। ਇਸੇ ਕਰਕੇ ਹੀ 2020 ਵਿੱਚ ਨੋ ਵੋਟਰਸ ਗੋ ਬਿਹਾਈਂਡ ਦਾ ਨਾਰਾ ਵੀ ਦਿੱਤਾ ਗਿਆ ਸੀਗਾ। ਵੋਟ ਬਣਵਾਉਣ ਨਾਲ ਹੀ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ, ਸਗੋਂ ਉਸ ਵੋਟ ਦਾ ਸੁਚੱਜੇ ਤਰੀਕੇ ਨਾਲ ਇਸਤੇਮਾਲ ਵੀ ਕਰਨਾ ਹੈ। ਸਹੀ ਉਮੀਦਵਾਰ ਨੂੰ ਵੋਟ ਦੇ ਕੇ ਦੇਸ਼ ਦਾ ਭਵਿੱਖ ਸੰਵਾਰਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਕਈ ਵਾਰੀ ਅਸੀਂ ਸਰਕਾਰ ਦੀ ਆਲੋਚਨਾ ਕਰਦੇ ਹਾਂ ਕਿ ਸਰਕਾਰ ਗਲਤ ਹੈ ਜਾਂ ਇਸਨੇ ਸਾਡੇ ਅਧਿਕਾਰਾਂ ਦੇ ਵਿਰੁੱਧ ਨਿਯਮ ਬਣਾਏ ਹੈ। ਹਾਲ ਹੀ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਇਸ ਦੀ ਸਾਰਿਆਂ ਤੋਂ ਵੱਡੀ ਉਦਾਹਰਨ ਹੈ। ਪਰ ਉੱਥੇ ਗਲਤ ਸਰਕਾਰ ਨਹੀਂ, ਅਸੀਂ ਆ, ਕਿਉਂਕਿ ਉਸ ਨੂੰ ਇਹ ਸਾਰਾ ਕੁਝ ਕਰਨ ਦਾ ਅਧਿਕਾਰ ਵੀ ਅਸੀਂ ਹੀ ਦਿੱਤਾ ਹੈ, ਕਿਉਂਕਿ ਸਰਕਾਰ ਦੀ ਚੋਣ ਵੀ ਅਸੀਂ ਆਪ ਹੀ ਕੀਤੀ ਹੈ। ਅੱਜ ਕੱਲ੍ਹ ਪੈਸਿਆਂ ਤੇ ਨਸ਼ਿਆਂ ਦੇ ਲਾਲਚ ਵਿੱਚ ਉਮੀਦਵਾਰਾਂ ਵੱਲੋਂ ਵੋਟ ਖਰੀਦੀ ਜਾਣ ਦੀ ਗੱਲ ਵੀ ਆਮ ਹੈ। ਇਸ ਤਰ੍ਹਾਂ ਅਸੀਂ ਆਪਣੇ ਅਧਿਕਾਰਾਂ ਦਾ ਗਲਤ ਪ੍ਰਯੋਗ ਕਰਕੇ ਤੇ ਗਲਤ ਉਮੀਦਵਾਰ ਨੂੰ ਵੋਟ ਦੇ ਕੇ ਉਸ ਨੂੰ ਜਿਤਾ ਕੇ ਸਰਕਾਰ ਲਿਆਉਂਦੇ ਹਾਂ। ਸਾਨੂੰ ਸਗੋਂ ਸੋਚ ਸਮਝ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ, ਤਾਂ ਕਿ ਸਾਡੀ ਚੁਣੀ ਹੋਈ ਸਰਕਾਰ ਸਾਡੇ ਅਧਿਕਾਰਾਂ ਦੀ ਰੱਖਿਆ ਕਰ ਸਕੇ ਤੇ ਦੇਸ਼ ਦਾ ਵਿਕਾਸ ਕਰ ਸਕੇ। ਤਾਂ ਆਓ ਅਸੀਂ ਸਾਰੇ ਅੱਜ ਮਿਲ ਕੇ ਇਹ ਸੋਚ ਚੁੱਕਦੇ ਹਾਂ ਕਿ ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਵਾਂਗੇ। ਥੈਂਕ ਯੂ। ਇਸ ਤੋਂ ਬਾਅਦ ਮੈਂ ਇਨਵਾਈਟ ਕਰਦੀ ਹਾਂ ਦਿਲਪ੍ਰੀਤ ਕੌਰ, ਜੋ ਕਿ ਸਟੂਡੈਂਟਸ ਦੇ ਵਿੱਚ ਗਰਲ ਸਟੂਡੈਂਟਸ ਦੇ ਵਿੱਚ ਅੰਬੈਸਡਰ ਵੀ ਚੁਣੀ ਗਈ ਹੈ। ਦਿਲਪ੍ਰੀਤ ਕੌਰ BSc ਸੈਕੰਡ ਈਅਰ। परम सत्कारयोग प्रिंसीपल सर, अध्यापक साहबान, जज साहबान ते मेरे प्यारे विद्यार्थी साथियों, मेरे वालों सब तो पहला तुहानूं सारिआं नूं प्यार भरी सत श्री अकाल। अज 25 जनवरी है ते हर एक स्टूडेंट नूं पता है कि अज राष्ट्रीय वोटर दिवस है ते मेरे वालों तुहानूं सारिआं नूं लख लख बधाइयां। वोटर दिवस ते भारत विच राष्ट्रीय वोटर दिवस हर साल 25 जनवरी नूं मनाया जाता है। यह दिवस भारत के हर एक नागरिक लिए बहुत अहम है। इस दिन भारत के हर एक नागरिक नूं अपने राष्ट्र के हरेक चुनाव विच भागीदारी होने की कसम लैनी चाहिए है, क्योंकि भारत के हर एक व्यक्ति का एक वोट ही देश के भविख की नींह रखता है। इसलिए हर एक व्यक्ति का वोट राष्ट्र के निर्माण में भागीदारी बनता है। भारत के विच जिन्ने भी चुनाव होंदे हन उन्हां सारिआं नूं संपूर्ण करन दी जिम्मेवारी भारत निर्वाचन आयोग की हुंदी है। भारत निर्वाचन आयोग का गठन भारत संविधान के लागू होने के ठीक एक दिन पहला 25 जनवरी नूं होया सी। 25 जनवरी 1950 का वो दिन सी। उस तो अगला दिन 26 जनवरी 1950 सी, जिस दिन संविधान साडा लागू होया सी। सानू अपने सारे हक अधिकार मंगन का हक मिलिया सी। भारत एक गणतंत्र देश बनने वाला सी 26 जनवरी नूं। इस करके उसने एक दिन पहला ही लोकतंत्र प्रक्रियावां तो चुनाव करवाने लिए निर्वाचन आयोग का गठन करना बहुत ही जरूरी सी। इसलिए 25 जनवरी 1950 नूं भारत निर्वाचन आयोग का गठन होया सी। भारत सरकार ने साल 2011 तो हर चुनाव की भागीदारी बनाने लई ते भागीदारी नूं वधाउण लई निर्वाचन आयोग की स्थापना दिवस 25 जनवरी नूं ही राष्ट्रीय वोटर दिवस के रूप में मनाउण की शुरुआत की गई सी। अते 2011 तो ही हर साल 25 जनवरी नूं राष्ट्रीय वोटर दिवस मनाया जाता है। इस दिन देश विच सरकारां अते अनेक समाजिक संस्थावां द्वारा लोकां नूं वोटरां दे प्रति जागरूक करन लई अनेकां कामां दा आयोजन किया जाता है, जिस तो देश की राजनीतिक प्रक्रियावां विच लोकां दी भागीदारी सामने लिआंदी जा सके। राष्ट्रीय वोटर दिवस का हर साल आयोजन सारे भारत के नागरिकों को अपने राष्ट्र के प्रति कर्तव्य की याद दिलाता है। राष्ट्रीय वोटर दिवस का आयोजन लोगों को यह भी दसदा है कि वोट पाना या वोट करना कितना ज़्यादा जरूरी है। भारत के हरेक नागरिक का वोट पाना बहुत ही ज़्यादा जरूरी है, क्योंकि आम आदमी का एक वोट सरकार बदल दिंदा है।
ਸਾਡੇ ਸਾਰਿਆਂ ਦਾ ਇੱਕ ਵੋਟ ਇੱਕ ਪਲ ਵਿੱਚ ਇੱਕ ਚੰਗਾ ਪ੍ਰਤੀਨਿਧ ਵੀ ਚੁਣ ਸਕਦਾ ਹੈ ਤੇ ਇੱਕ ਪਲ ਵਿੱਚ ਬੇਕਾਰ ਪ੍ਰਤੀਨਿਧ ਵੀ। ਇਸ ਲਈ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਆਪਣੀ ਵੋਟ ਦਾ, ਆਪਣੇ ਹੱਕ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਸਾਨੂੰ ਇਹੋ ਜਿਹੀ ਸਰਕਾਰ ਚੁਣਨੀ ਚਾਹੀਦੀ ਹੈ ਜੋ ਸਾਡੇ ਦੇਸ਼ ਨੂੰ ਤਰੱਕੀ ਤੇ ਵਿਕਾਸ ਦੇ ਰਾਹ ਦੇ ਉੱਤੇ ਲੈ ਕੇ ਜਾ ਸਕੇ। ਭਾਰਤ ਦੇਸ਼ ਦੀ 65% ਆਬਾਦੀ ਨੌਜਵਾਨਾਂ ਦੀ ਹੈ। ਇਸ ਲਈ ਦੇਸ਼ ਦੇ ਹਰੇਕ ਚੁਣਾਵ ਵਿੱਚ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਭਾਗ ਲੈਣਾ ਚਾਹੀਦਾ ਹੈ ਅਤੇ ਇਹੋ ਜਿਹੀ ਸਰਕਾਰ ਚੁਣਨੀ ਚਾਹੀਦੀ ਹੈ ਜੋ ਕਿ ਜਾਤੀਵਾਦ ਆਪ ਤੋਂ ਉੱਚੀ ਉੱਠ ਕੇ ਇੱਕ ਵਿਕਾਸ ਦੇ ਬਾਰੇ ਵੀ ਸੋਚੇ। ਜਿਸ ਦਿਨ ਦੇਸ਼ ਦਾ ਯੁਵਾ ਜਾਗ ਜਾਊਗਾ ਨਾ, ਉਸ ਦਿਨ ਦੇਸ਼ ਦੇ ਵਿੱਚ ਜਾਤੀਵਾਦ, ਊਚ ਨੀਚ, ਭੇਦਭਾਵ ਇਹ ਸਭ ਕੁਝ ਖਤਮ ਹੋ ਜਾਊਗਾ। ਇਹ ਸਿਰਫ ਤੇ ਸਿਰਫ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਘਰਾਂ ਦੇ ਵਿੱਚੋਂ ਖੜੇ ਹੋਈਏ ਤੇ ਆਪਣਾ ਹੱਕ ਜਾ ਕੇ ਵੋਟ ਪਾ ਕੇ ਆਈਏ। ਜੇ ਅਸੀਂ ਵੋਟ ਨਾ ਦਿੱਤੀ ਤਾਂ ਇਹ ਕਦੇ ਵੀ ਨਹੀਂ ਖਤਮ ਹੋਊਗਾ। 25 ਜਨਵਰੀ ਨੂੰ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਹੋਇਆਂ ਇਹ ਸਹੁੰ ਲੈਣੀ ਚਾਹੀਦੀ ਹੈ ਕਿ ਉਹ ਦੇਸ਼ ਦੀ ਸੁਤੰਤਰ, ਨਿਡਰ ਤੇ ਸ਼ਾਂਤੀਪੂਰਵਕ ਵੋਟ ਕਰਨ ਦੀ ਪਰੰਪਰਾ ਨੂੰ ਬਰਕਰਾਰ ਰੱਖਣਗੇ ਅਤੇ ਹਰ ਵੋਟ ਵਿੱਚ ਧਰਮ, ਨਸਲ, ਜਾਤ, ਭਾਸ਼ਾ ਦੇ ਆਧਾਰ ਤੇ ਪ੍ਰਭਾਵਿਤ ਹੋਏ ਬਿਨਾਂ ਹੀ ਜਾ ਕੇ ਵੋਟ ਕਰਨਗੇ। ਇਹੋ ਜਿਹੀ ਸਹੁੰ ਹਰ ਸਾਲ 25 ਜਨਵਰੀ ਨੂੰ ਕੋਈ ਲੱਖਾਂ ਕਰੋੜਾਂ ਨੌਜਵਾਨ ਲੋਕ ਲੈਂਦੇ ਹਨ, ਪਰ ਫਿਰ ਵੀ ਇਹ ਸਹੁੰ ਦਾ ਅਸਰ ਬਹੁਤ ਘੱਟ ਹੁੰਦਾ ਹੈ ਕਿਉਂਕਿ ਅੱਜ ਵੀ ਜਾਤੀਵਾਦ, ਭਾਸ਼ਾਵਾਦ ਦੇ ਆਧਾਰ ਤੇ ਹੀ ਵੋਟਾਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਅਪਰਾਧੀ ਪ੍ਰਵਿਰਤੀ ਦੇ ਲੋਕ ਦੇਸ਼ ਦੇ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਪ੍ਰਤੀਨਿਧ ਚੁਣ ਕੇ ਚਲੇ ਜਾਂਦੇ ਹਨ। ਇਸ ਲਈ ਭਾਰਤ ਦੇ ਹਰ ਨਾਗਰਿਕ ਨੂੰ ਆਪਣੀ ਜਾਤੀ ਦੇ ਆਧਾਰ ਤੋਂ ਉੱਪਰ ਉੱਠ ਕੇ ਵੀ ਇੱਕ ਸਾਫ਼ ਸੁਥਰੀ ਛਵੀ ਦੇ ਵਿਅਕਤੀ ਨੂੰ ਆਪਣੀ ਵੋਟ ਦੇਣੀ ਚਾਹੀਦੀ ਹੈ ਤਾਂ ਜੋ ਸਾਡਾ ਦੇਸ਼ ਦੇ ਵਿੱਚ ਬਹੁਤ ਸੁਧਾਰ ਹੋ ਸਕੇ। ਰਾਸ਼ਟਰੀ ਵੋਟਰ ਦਿਵਸ ਦਾ ਉਦੇਸ਼ ਲੋਕਾਂ ਦੀ ਮਤਦਾਨ ਵਿੱਚ ਅਧਿਕਤਮ ਭਾਗੀਦਾਰੀ ਕਰਨ ਦੇ ਨਾਲ-ਨਾਲ ਮਤਦਾਤਾਵਾਂ ਨੂੰ ਇੱਕ ਚੰਗਾ ਸਾਫ਼ ਸੁਥਰੀ ਛਵੀ ਦਾ ਪ੍ਰਤੀਨਿਧ ਚੁਣਦੇ ਹੋਏ ਵੋਟ ਪਾਉਣ ਦੇ ਲਈ ਜਾਗਰੂਕ ਕਰਨਾ ਹੈ। ਸਾਡੇ ਲੋਕਤੰਤਰ ਨੂੰ ਸੰਸਾਰ ਵਿੱਚ ਇੰਨਾ ਮਜ਼ਬੂਤ ਬਣਾਉਣ ਲਈ ਵੋਟ ਪਾਉਣ ਵਾਲਿਆਂ ਦੇ ਨਾਲ-ਨਾਲ ਭਾਰਤ ਦੇ ਨਿਰਵਾਚਨ ਆਯੋਗ ਤੇ ਅਹਿਮ ਰੋਲ ਹੈ। ਸਾਡਾ ਸਾਰਿਆਂ ਦਾ ਹੀ ਇਹ ਹੱਕ ਹੈ ਕਿ ਅਸੀਂ ਜਾ ਕੇ ਵੋਟ ਪਾਈਏ ਤੇ ਭਾਰਤ ਨਿਰਵਾਚਨ ਆਯੋਗ ਦਾ ਸਾਥ ਦੇਈਏ। ਸਾਡੇ ਨਿਰਵਾਚਨ ਆਯੋਗ ਦੀ ਵਜ੍ਹਾ ਕਰਕੇ ਹੀ ਅੱਜ ਦੇਸ਼ ਦੇ ਵਿੱਚ ਚੁਣਾਵ ਹੋ ਪਾਉਂਦੇ ਹਨ। ਅੱਜ ਰਾਸ਼ਟਰੀ ਵੋਟਰ ਦਿਵਸ ਦੇ ਦਿਨ ਹਰ ਇੱਕ ਵੋਟ ਪਾਉਣ ਵਾਲੇ ਮਤਦਾਤਾ ਨੂੰ ਆਪਣੀ ਸਕਰਿਆ ਭਾਗੀਦਾਰੀ ਦੇ ਮਾਧਿਅਮ ਨਾਲ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਆਓ ਸਾਰੇ ਰਲ ਕੇ ਇਹ ਸੰਕਲਪ ਲਈਏ। ਆਪਾਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ, ਆਪਣੇ ਹੱਕ ਦਾ ਸਹੀ ਇਸਤੇਮਾਲ ਕਰਕੇ ਸਹੀ ਮਤਦਾਨ ਕਰੀਏ ਤੇ ਸਹੀ ਪ੍ਰਤੀਨਿਧ ਚੁਣ ਕੇ ਊਚ ਨੀਚ, ਜਾਤੀਵਾਦ, ਭੇਦਭਾਵ, ਭਾਸ਼ਾਵਾਦ ਆਦਿ ਨੂੰ ਖਤਮ ਕਰਨ ਵਾਲੀ ਸਰਕਾਰ ਲਈਏ। ਇਹ ਆਪਣਾ ਹੱਕ ਹੈ, ਆਪਾਂ ਲੜਨਾ ਹੈ, ਆਪਾਂ ਵੋਟ ਪਾਉਣੀ ਹੈ। ਆਓ ਰਲ ਕੇ ਚੰਗੀ ਸਰਕਾਰ ਲਿਆਈਏ। ਧੰਨਵਾਦ ਸਾਹਿਬ। ਪੂਰੇ ਦਿਲ ਤੇ ਤਾਲੀਆਂ ਦੀ ਆਵਾਜ਼ ਹੀ ਦੱਸ ਦਿੰਦੀ ਹੈ ਕਿ ਕਿੰਨਾ ਕੁ ਜੋਸ਼ ਕਿਸੇ ਆਵਾਜ਼ ਨੇ ਉਹਨਾਂ ਵਿੱਚ ਭਰ ਦਿੱਤਾ ਹੈ। ਵਿਦਿਆਰਥੀਆਂ ਦੇ ਵਿਚਾਰਾਂ ਨੂੰ ਅਸੀਂ ਸੁਣ ਲਿਆ ਤੇ ਹੁਣ ਅਸੀਂ ਚੱਲਦੇ ਹਾਂ ਆਪਣੀ ਸੰਸਥਾ ਦੇ ਮੋਢੀ ਡਾਕਟਰ ਪਰਮਿੰਦਰ ਸਿੰਘ ਤੱਗੜ ਜੀ ਵੱਲ। ਮੈਂ ਗੁਜ਼ਾਰਿਸ਼ ਕਰਦੀ ਹਾਂ ਸਰ ਨੂੰ ਕਿ ਉਹ ਇੱਥੇ ਮੰਚ ਤੇ ਆਉਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਮੇਰੇ ਬਹੁਤ ਹੀ ਪਿਆਰੇ ਅਧਿਆਪਕ ਸਾਥੀ ਤੇ ਪਿਆਰੇ ਵਿਦਿਆਰਥੀਓ, ਅੱਜ ਦਾ ਦਿਨ ਸਾਡੇ ਲਈ ਬੜਾ ਮਹੱਤਵਪੂਰਨ ਹੈ, ਖਾਸ ਤੌਰ ਤੇ ਨੌਜਵਾਨਾਂ ਲਈ। ਇਸ ਦਿਨ ਨੂੰ ਮਨਾਉਣ ਦੀ ਜਿਹੜੀ ਕਵਾਇਦ ਹੈ ਉਹਦਾ ਉਦੇਸ਼ ਹੀ ਇਹ ਸੀ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਉਹਨਾਂ ਦੇ ਵੋਟ ਦੇ ਹੱਕ ਪ੍ਰਤੀ। ਜਦੋਂ ਤੁਸੀਂ 18 ਸਾਲ ਦੇ ਹੋ ਜਾਂਦੇ ਹੋ ਤਾਂ ਤੁਰੰਤ ਤੁਹਾਨੂੰ ਆਪਣੀ ਵੋਟ ਜਿਹੜੀ ਆ ਬਣਾਉਣੀ ਚਾਹੀਦੀ ਹੈ ਔਰ ਵੋਟ ਦਾ ਜੋ ਇਸਤੇਮਾਲ ਹੈ ਉਹ ਵੀ ਕਰਨਾ ਚਾਹੀਦਾ ਹੈ। ਤਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਇਹੀ ਸੀ ਕਿ ਅਸੀਂ ਆਪਣੇ ਕਾਲਜ ਦੇ ਨੌਜਵਾਨਾਂ ਦੇ ਵਿੱਚੋਂ ਜਿੰਨੇ ਵੀ ਇੱਥੇ ਸ਼ਾਮਲ ਹੋਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਜਾਗਰੂਕ ਕਰ ਸਕੀਏ ਤੇ ਉਹ ਜਿਹੜੀ ਇਹ ਜਾਗਰੂਕਤਾ ਅੱਗੇ ਆਪਣੇ ਸਾਥੀਆਂ ਦੇ ਵਿੱਚ ਉਹਨਾਂ ਨਾਲ ਸਾਂਝੀ ਕਰਕੇ ਇਸ ਜਾਗਰੂਕਤਾ ਨੂੰ ਅੱਗੇ ਲੈ ਜਾ ਸਕਣ। ਹੁਣ ਬੜਾ ਖੂਬਸੂਰਤ ਜਿਹੜਾ ਵਿਸ਼ਾ ਜਿਸ ਤੇ ਦਿਲਪ੍ਰੀਤ ਹੁਣੇ ਬੋਲ ਕੇ ਗਈ ਹੈ
ਦਿਲਪ੍ਰੀਤ ਨੇ ਕਿਹਾ ਹੈ ਕਿ ਸਾਨੂੰ ਵੋਟ ਪਾਉਣ ਲੱਗਿਆਂ ਜਾਤ ਧਰਮ ਜਾਂ ਕਿਸੇ ਹੋਰ ਮਜ਼ਹਬ ਨੂੰ ਪਾਸੇ ਰੱਖ ਕੇ ਉਸ ਵਿਅਕਤੀ ਨੂੰ ਵੋਟ ਪਾਉਣੀ ਚਾਹੀਦੀ ਹੈ ਜੋ ਵਿਅਕਤੀ ਤੁਹਾਡੀ ਵੋਟ ਦਾ ਸਹੀ ਹੱਕਦਾਰ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਰਾਜਨੀਤਿਕ ਪਾਰਟੀਆਂ ਨੂੰ ਦੇਖ ਕੇ ਵੋਟ ਪਾਉਂਦੇ ਹਾਂ ਕਿ ਫਲਾਣੀ ਪਾਰਟੀ ਦਾ ਕੈਂਡੀਡੇਟ ਹੈ, ਫਲਾਣੀ ਪਾਰਟੀ ਦਾ ਕੈਂਡੀਡੇਟ ਹੈ। ਕਦੇ ਵੀ ਤੁਸੀਂ ਵੋਟ ਪਾਰਟੀ ਨੂੰ ਦੇਖ ਕੇ ਨਹੀਂ, ਉਸ ਵਿਅਕਤੀ ਦੀ ਸ਼ਖਸੀਅਤ ਨੂੰ ਦੇਖ ਕੇ ਪਾਉਣੀ ਹੈ। ਮਿਸਾਲ ਦੇ ਤੌਰ ਤੇ ਹੁਣ 14 ਫਰਵਰੀ ਨੂੰ ਵੋਟਾਂ ਆ ਰਹੀਆਂ, ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਇਹ ਕਿਹੜੀਆਂ ਵੋਟਾਂ ਹੈ। ਪਿੰਡ ਵਾਲਿਆਂ ਨੂੰ ਤਾਂ ਇਹਨੂੰ ਪੁੱਛ ਲਓ ਕਾਹਦੀਆਂ ਵੋਟਾਂ, ਪਤਾ ਨਹੀਂ ਵੋਟਾਂ ਹੈ। ਨਾ ਉਹਨਾਂ ਨੂੰ ਵਿਚਾਰਿਆਂ ਨੂੰ ਲੋਕ ਸਭਾ ਦੀਆਂ ਵੋਟਾਂ ਦਾ ਪਤਾ ਹੁੰਦਾ ਹੈ, ਨਾ ਉਹਨਾਂ ਨੂੰ ਵਿਧਾਨ ਸਭਾ ਦੀਆਂ ਵੋਟਾਂ ਦਾ ਪਤਾ ਹੁੰਦਾ ਹੈ, ਨਾ ਉਹਨਾਂ ਨੂੰ ਸਰਪੰਚ ਦੀਆਂ ਵੋਟਾਂ ਦਾ ਜ਼ਰੂਰ ਪਤਾ ਹੁੰਦਾ ਹੈ। ਇਸ ਤੋਂ ਇਲਾਵਾ ਵਿਧਾਨ ਪ੍ਰੀਸ਼ਦ ਦੀਆਂ ਜਾਂ ਹੋਰ ਜਿਹੜੀਆਂ ਵੋਟਾਂ ਹੁੰਦੀਆਂ ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਬਹੁਤੀ ਜਿਹੜੀ ਹੈ ਨਹੀਂ ਹੁੰਦੀ। ਇਹ ਵੀ ਜਿਹੜੀਆਂ ਸ਼ਹਿਰ ਦੇ ਵਿੱਚ ਕੁਝ ਸਾਡੇ ਅਨਪੜ੍ਹ ਲੋਕ ਹੈਗੇ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਮਿਊਨਿਸਪਲ ਚੋਣਾਂ ਹੈਗੀਆਂ, ਨਗਰ ਪਾਲਿਕਾ ਚੋਣਾਂ ਹੈਗੀਆਂ। ਤਾਂ ਹੁਣ ਜਿਹੜੀ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ 14 ਫਰਵਰੀ ਨੂੰ, ਇਹਦੇ ਵਿੱਚ ਤੁਸੀਂ ਇਹ ਦੇਖਣਾ ਹੈ ਕਿ ਥੋੜੇ ਮਹੱਲੇ ਦੇ ਵਿੱਚੋਂ ਕਿੰਨੇ ਕੈਂਡੀਡੇਟ ਖੜੇ ਆ ਤੇ ਕਿਹੜਾ ਕੈਂਡੀਡੇਟ ਜਿਹੜਾ ਹੈ ਉਹ ਕਾਬਲ ਹੈ ਤੁਹਾਡੇ ਕੰਮ ਕਰਾਉਣ ਵਾਸਤੇ। ਇਹ ਨਹੀਂ ਹੈ ਕਿ ਉਹ ਕਿਸੇ ਫਲਾਂ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਇਆ। ਵੈਸੇ ਵੀ ਜਿਹੜੀ ਇਹ ਇਲੈਕਸ਼ਨ ਹੁੰਦੀ ਹੈ ਨਗਰ ਕੌਂਸਲ ਦੀ, ਇਹਦੇ ਵਿੱਚ ਲੋਕ ਆਮ ਤੌਰ ਤੇ ਇਹ ਚੀਜ਼ ਦੇਖ ਕੇ ਚੱਲਦੇ ਆ ਕਿ ਇਸ ਬੰਦੇ ਦਾ ਰੈਪੂਟੇਸ਼ਨ ਕੀ ਹੈ। ਜੇ ਕੋਈ ਪਹਿਲਾਂ ਮਿਊਨਿਸਪਲ ਕੌਂਸਲਰ ਰਿਹਾ ਤਾਂ ਉਹਨੇ ਮਿਊਨਿਸਪਲ ਕੌਂਸਲਰ ਰਹਿੰਦਿਆਂ ਪਹਿਲਾਂ ਕੀ ਕੰਮ ਕੀਤੇ ਆ, ਉਹਨਾਂ ਬਾਰੇ ਤਾਂ ਆਪਾਂ ਨੂੰ ਪਤਾ ਹੁੰਦਾ ਹੈ ਵੀ ਇਹਨੇ ਆਹ ਕੰਮ ਕੀਤੇ ਆ ਤੇ ਦੁਬਾਰਾ ਵੀ ਕਰੂਗਾ। ਪਰ ਜਦੋਂ ਤੁਸੀਂ ਬਿਲਕੁਲ ਹੀ ਨਵਾਂ ਕੈਂਡੀਡੇਟ ਚੁਣਨਾ ਤਾਂ ਤੁਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਕਿ ਇਹ ਬੰਦਾ ਪੜ੍ਹਿਆ ਲਿਖਿਆ, ਇਹਨੂੰ ਕੁਝ ਸਮਝ ਹੈਗੀ ਹੈ, ਕਿ ਇਹਦੇ 'ਚ ਡੈਡੀਕੇਸ਼ਨ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਸੀਂ ਆਪਣਾ ਵੋਟ ਜਿਹੜਾ ਉਹ ਕਾਸਟ ਕਰਨਾ ਹੈ, ਆਪਣਾ ਵੋਟ ਫੇਰ ਦੇਣਾ। ਇਹ ਜਿਹੜਾ ਪ੍ਰੋਗਰਾਮ ਨਿਰਵਾਚਨ ਕਮਿਸ਼ਨ ਵੱਲੋਂ, ਇਲੈਕਸ਼ਨ ਕਮਿਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜਿਹਦਾ ਆਪਾਂ 11ਵਾਂ ਦਿਨ ਮਨਾ ਰਹੇ ਹਾਂ, 11 ਸਾਲ ਹੋ ਗਏ ਇਸ ਪ੍ਰੋਗਰਾਮ ਨੂੰ ਚੱਲਦਿਆਂ। ਤਾਂ ਸਾਡਾ ਕਾਲਜ ਵੀ ਹਰ ਸਾਲ ਇਸ ਦਿਨ ਨੂੰ ਮਨਾਉਂਦਾ ਔਰ ਹਰ ਸਾਲ ਅਸੀਂ ਆਪਣੇ ਜਿਹੜੇ ਸਵੀਪ ਅੰਬੈਸਡਰ ਹੈਗੇ ਆ ਉਹ ਚੁਣਦੇ ਹਾਂ। ਔਰ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਸਾਡੀ ਇੱਕ ਸਵੀਪ ਅੰਬੈਸਡਰ ਨਾਮ ਭੁੱਲ ਗਿਆ, ਆਸਮਾ ਗਰਗ, ਉਹ IFS ਚੁਣੀ ਗਈ ਹੈ। ਔਰ IFS ਚੁਣੇ ਜਾਣਾ ਤਾਂ ਚਲੋ ਸਾਡੇ ਲਈ ਮਾਣ ਵਾਲੀ ਗੱਲ ਹੈਗੀ ਹੈ। ਇਸ ਤੋਂ ਇਲਾਵਾ ਉਹਦੇ ਫਾਦਰ ਸਪੈਸ਼ਲ ਸਾਡੇ ਕੋਲ ਇੱਥੇ ਆਏ ਕਿ ਬੇਟੀ ਨੇ ਸਵੀਪ ਦੇ ਵਿੱਚ ਕੰਮ ਕੀਤਾ ਸੀ ਤਾਂ ਉਹਦਾ ਕੋਈ ਸਰਟੀਫਿਕੇਟ ਚਾਹੀਦਾ। ਤਾਂ ਅਸੀਂ ਫਿਰ ਸਰਟੀਫਿਕੇਟ ਫਰੇਮ ਕਰਕੇ ਸਿੰਪਲ ਕਾਗਜ਼ ਦੇ ਉੱਪਰ ਕਿ ਇਹਨੇ ਆ ਸਵੀਪ ਦੇ ਤਹਿਤ ਐਸ ਸੈਸ਼ਨ ਦੇ ਵਿੱਚ ਆ ਕੰਮ ਕੀਤਾ, ਠੀਕ ਆ, ਉਹਨੂੰ ਸਰਟੀਫਾਈ ਕਰਕੇ ਪ੍ਰਿੰਸੀਪਲ ਤੋਂ ਸਾਈਨ ਕਰਵਾ ਕੇ ਅਸੀਂ ਭੇਜਿਆ। ਇਸ ਤੋਂ ਇਲਾਵਾ ਉਹ ਹਰ ਸਾਲ ਫਸਟ ਆਉਂਦੀ ਸੀ ਕਾਲਜ ਦੇ ਵਿੱਚੋਂ, ਅਸੀਂ ਉਹਦਾ ਰੋਲ ਆਫ ਆਨਰ ਇਨ ਅਕੈਡਮਿਕਸ ਉਹ ਬਣਾ ਕੇ ਭੇਜਿਆ। ਉਹ ਚੀਜ਼ ਜਦੋਂ ਆਸਮਾ ਨਾਲ ਸਾਡੀ ਗੱਲ ਹੋਈ, ਕਹਿੰਦੀ ਸਰ ਤੁਸੀਂ ਵੈਸੇ ਹੀ ਸਾਨੂੰ ਲਾਤਾ ਸੀ ਤੁਸੀਂ ਆ ਸਵੀਪ ਪ੍ਰੋਗਰਾਮ ਆਇਆ ਤੇ ਤੁਸੀਂ ਅੰਬੈਸਡਰ ਬਣ ਜਾਓ। ਅਸੀਂ ਭਾਸ਼ਣ ਤਿਆਰ ਕਰ ਲਏ, ਅਸੀਂ ਭਾਸ਼ਣ ਦੇ ਤੇ ਅਸੀਂ ਤਾਂ ਭੁੱਲ ਭੁਲਾ ਗਏ। ਤੇ ਜਦੋਂ ਮੈਂ ਇੱਥੇ ਆਈ, ਜਦੋਂ ਇੰਟਰਵਿਊ ਦੀ ਤਿਆਰੀ ਕੀਤੀ, ਫਿਰ ਮੈਨੂੰ ਪਤਾ ਲੱਗਿਆ ਕਿ ਇਹਨਾਂ ਚੀਜ਼ਾਂ ਦੀ ਵੈਲਿਊ ਕੀ ਹੈ। ਕੱਲ੍ਹ ਨੂੰ ਜਦੋਂ ਤੁਸੀਂ ਕਿਸੇ ਇੰਟਰਵਿਊ 'ਚ ਜਾਂਦੇ ਹੋ, ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ ਜਦੋਂ ਇੰਟਰਵਿਊ ਦੇ ਵਿੱਚ ਦੇਖਿਆ ਜਾਂਦਾ ਕਿ ਤੁਹਾਨੂੰ ਇਸ ਚੀਜ਼ ਦੇ ਨੰਬਰ ਮਿਲਣੇ ਆ, ਸਰਟੀਫਿਕੇਟ ਦੇ ਇਸ ਦੇ ਤੁਹਾਨੂੰ ਨਹੀਂ ਮਿਲਣੇ, ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਵੀ ਇਹਦੇ ਕੋਲ ਨੰਬਰ ਮਿਲਣੇ, ਦਫਾ ਕਰੋ ਇਹ ਸਰਟੀਫਿਕੇਟ, ਆਪਾਂ ਕੀ ਕਰਨਾ। ਨਹੀਂ, ਤੁਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਸੋਚਣਾ। ਜਿਹੜਾ ਵੀ ਕੰਮ ਕਰਦੇ ਹੋ, ਜਿਹੜਾ ਵੀ ਕੋਈ ਸਰਟੀਫਿਕੇਟ ਤੁਹਾਨੂੰ ਮਿਲਦਾ ਹੈ ਉਹ ਤੁਸੀਂ ਲਓ ਤੇ ਉਹਨਾਂ ਸਰਟੀਫਿਕੇਟਾਂ ਨੂੰ ਆਪਣੀ ਐਪਲੀਕੇਸ਼ਨ ਫਾਈਲ ਜਦੋਂ ਤੁਸੀਂ ਕਿਸੇ ਪੋਸਟ ਵਾਸਤੇ ਅਪਲਾਈ ਕਰਦੇ ਆ ਜ਼ਰੂਰ ਲਾਓ। ਉਹਨਾਂ ਨੇ ਨਹੀਂ ਵੀ ਮੰਗੇ, ਇੱਕ ਸਰਟੀਫਿਕੇਟ ਲਾਓ। ਉਹਦਾ ਕੀ ਅਸਰ ਪੈਂਦਾ ਹੈ ਕਿ ਜਦੋਂ ਇੰਟਰਵਿਊ ਪੈਨਲ ਤੁਹਾਡਾ ਦੇਖਦਾ ਨਾ ਵੀ ਆਹ ਅਸੀਂ ਨੰਬਰ ਤਾਂ ਆਪਾਂ ਨੂੰ ਨਹੀਂ ਦੇ ਸਕਦੇ, ਪਰ ਇਹਨੇ ਕੰਮ ਬਹੁਤ ਕੀਤਾ ਹੋਇਆ, ਗੱਲ ਸਮਝਦੇ ਹੋ ਨਾ, ਕਿ ਇਹਨੇ ਕੰਮ ਬਹੁਤ ਕੀਤਾ ਹੋਇਆ ਤੇ ਇੱਕ ਸਰਟੀਫਿਕੇਟ ਹੀ ਹੈ ਜਿਹਦੇ ਰਾਹੀਂ ਅਸੀਂ ਦੱਸ ਸਕਦੇ ਕਿ ਅਸੀਂ ਆਹ ਕੰਮ ਕੀਤਾ ਹੋਇਆ। ਅੱਛਾ, ਇਹਨੇ ਸਵੀਪ 'ਚ ਵੀ ਕੰਮ ਕੀਤਾ, ਅੱਛਾ ਤੁਸੀਂ ਇੱਥੇ ਡੈਕਲੇਮੇਸ਼ਨ 'ਚ ਵੀ ਪਾਰਟਿਸਿਪੇਟ ਕਰਦੇ ਰਹੇ ਹੋ, ਅੱਛਾ ਤੁਸੀਂ ਆਹ ਵੀ ਕੀਤਾ। ਉਹਦੇ ਨਾਲ ਕੀ ਹੈ, ਜਿਹੜੇ ਤੁਹਾਡੇ ਇੰਟਰਵਿਊ ਦੇ ਨੰਬਰ ਹੁੰਦੇ ਆ ਉਹਨਾਂ 'ਤੇ ਬੜਾ ਅੱਛਾ ਅਸਰ ਪੈਂਦਾ ਕਿ ਇਸ ਨੂੰ ਅਸੀਂ ਇੱਧਰੋਂ ਤਾਂ ਨੰਬਰ ਨਹੀਂ ਦੇ ਸਕਦੇ, ਇਹਨੂੰ ਇੰਟਰਵਿਊ ਦੇ ਵਿੱਚ ਨੰਬਰ ਜਿਹੜੇ ਆ ਚੰਗੇ ਮਿਲਣੇ ਚਾਹੀਦੇ ਆ।
ਸੋ ਪਿਆਰੇ ਵਿਦਿਆਰਥੀਓ, ਇਹ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਇਸ ਹਾਲ ਦੇ ਵਿੱਚ ਬੈਠੇ ਹੋ। ਉਹ ਅਭਾਗੇ ਹੈ ਜਿਹੜੇ ਇਸ ਈਵੈਂਟ ਨੂੰ ਅਟੈਂਡ ਕਰਨਾ ਭੁੱਲ ਗਏ। ਜਦੋਂ ਵੀ ਆਪਾਂ ਕੋਈ ਪ੍ਰੋਗਰਾਮ, ਕੋਈ ਇਵੈਂਟ ਅਟੈਂਡ ਕਰਦੇ ਆ ਨਾ, ਉਹਦੇ ਵਿੱਚੋਂ ਬੜੀਆਂ ਚੀਜ਼ਾਂ ਨਿਕਲਦੀਆਂ। ਆਈਐਸ ਤੁਹਾਡੇ ਚੋਂ ਨਿਕਲਦੇ ਆ, ਪੀਸੀਐਸ ਤੁਹਾਡੇ ਚੋਂ ਨਿਕਲਦੇ ਆ, ਪ੍ਰੋਫੈਸਰ ਤੁਹਾਡੇ ਚੋਂ ਨਿਕਲਦੇ ਆ, ਕੋਈ ਸਮਾਨ ਤੋਂ ਨਹੀਂ ਆਉਂਦੇ। ਅਸੀਂ ਵੀ ਤੁਹਾਡੇ ਵਾਂਗੂ ਬੈਠ ਕੇ ਸਾਰਾ ਕੁਝ ਸੁਣਦੇ ਰਹੇ ਹਾਂ। ਸੋ ਇਹਨਾਂ ਚੀਜ਼ਾਂ ਦੇ ਵਿੱਚ ਦਿਲਚਸਪੀ ਲੈਣੀ ਸਿੱਖੋ। ਜਿਹੜੀ ਗੱਲ ਸਰਟੀਫਿਕੇਟ ਦੀ ਸੀਗੀ, ਉਹ ਅਸੀਂ ਸਾਡੇ ਪ੍ਰੋਫੈਸਰ ਸਾਹਿਬਾਨ ਨਾਲ ਜਦੋਂ ਇਹ ਡਿਸਕਸ ਕੀਤਾ, ਅਸੀਂ ਸੋਚਿਆ ਵੀ ਕੋਈ ਵੀ ਆਪਾਂ ਪ੍ਰੋਗਰਾਮ ਕਰਾਈਏ, ਜਿਹੜੇ ਬੱਚੇ ਉੱਪਰਲੇ 5-4 ਪਾਰਟਿਸਿਪੇਟ ਕਰਦੇ ਆ, ਉਹਨਾਂ ਨੂੰ ਅਸੀਂ ਸਰਟੀਫਿਕੇਟ ਜ਼ਰੂਰ ਦਈਏ। ਔਰ ਮੈਂ ਇਹ ਸਮਝਦਾ ਕਿ ਸਰਟੀਫਿਕੇਟ ਕਿਸੇ ਵੱਡੀ ਟਰਾਫੀ ਨਾਲੋਂ ਜਾਂ ਕਿਸੇ ਹੋਰ ਚੀਜ਼ ਨਾਲੋਂ ਸਭ ਤੋਂ ਵੱਧ ਇੰਪੋਰਟੈਂਟ ਹੈ। ਤੁਸੀਂ ਇੰਟਰਵਿਊ ਤੇ ਜਾਓਗੇ, ਤੁਸੀਂ ਟਰਾਫੀ ਨਹੀਂ ਨਾਲ ਚੱਕ ਕੇ ਲੈ ਕੇ ਜਾਓਗੇ, ਸਰਟੀਫਿਕੇਟ ਜਾਊਗਾ ਤੁਹਾਡੇ ਨਾਲ। ਉਹ ਤੁਹਾਡੇ ਕੋਆਰਡੀਨੇਟਰ ਦੇ ਸਾਈਨ ਹੋਣਗੇ, ਤੁਹਾਡੇ ਪ੍ਰਿੰਸੀਪਲ ਨੇ ਤੁਹਾਨੂੰ ਸਰਟੀਫਾਈ ਕੀਤਾ ਹੋਊਗਾ ਕਿ ਤੁਸੀਂ ਆਹ ਕੰਮ ਕੀਤਾ। ਸੋ ਪਿਆਰੇ ਵਿਦਿਆਰਥੀਓ, ਅੱਜ ਦੇ ਦਿਨ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਜਿਹੜੇ ਬੱਚਿਆਂ ਨੇ ਵੋਟ ਨਹੀਂ ਬਣਾਈ, ਉਹ ਵੋਟ ਜ਼ਰੂਰ ਬਣਾ ਲਓ। ਤੁਹਾਡੇ ਜਿਹੜਾ ਤੁਹਾਡਾ ਬੂਥ ਹੈਗਾ, ਉੱਥੋਂ ਦੇ BLO ਬੂਥ ਲੈਵਲ ਆਫੀਸਰ ਲੱਗੇ ਹੋਏ ਹੈ, ਉਹ ਡੋਰ ਟੂ ਡੋਰ ਜਾ ਕੇ ਵੀ ਵੋਟ ਬਣਾਉਣ ਦੀ ਕੋਸ਼ਿਸ਼ ਕਰਦੇ ਹੈ। ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਵੀ ਜੇ ਤੁਹਾਡੀ ਵੋਟ ਰਹਿ ਗਈ ਤਾਂ ਜ਼ਰੂਰ ਬਣਵਾਓ, ਤੇ ਵੋਟ ਦਾ ਸਹੀ ਇਸਤੇਮਾਲ ਕਰਨਾ ਜਿਹੜਾ ਉਹ ਜ਼ਰੂਰ ਸਿੱਖੋ। ਇਹ ਨਹੀਂ ਵੀ ਜੇ ਮਾਂ ਨੇ ਇੱਕ ਪਾਸੇ ਵੋਟ ਪਾਤੀ ਗਲਤ ਤੇ ਪੁੱਤ ਨੇ ਵੀ ਉੱਧਰ ਪਾਉਣੀ ਹੈ ਜਾਂ ਘਰ ਵਾਲੇ ਨੇ ਵੀ ਉੱਧਰ ਪਾਉਣੀ ਹੈ, ਠੀਕ ਹੈ। ਆਪਣੀ ਸਮਝ ਨਾਲ, ਆਪਣੇ ਜੇ ਇੱਕ ਸਧਾਰਨ ਪੜ੍ਹੇ ਲਿਖੇ ਮਾਂ-ਬਾਪ ਹੈ, ਉਹਨਾਂ ਨਾਲ ਵੀ ਇਸ ਵਿਸ਼ੇ ਤੇ ਡਿਸਕਸ ਕਰੋ ਕਿ ਆਪਾਂ ਨੂੰ ਵੋਟ ਕਿਹਨੂੰ ਪਾਉਣੀ ਚਾਹੀਦੀ ਹੈ। ਫਿਰ ਇਹੋ ਜਿਹੇ ਕੈਂਡੀਡੇਟ ਜਿਹੜੇ ਆ ਉਹ ਅੱਗੇ ਲੈ ਕੇ ਆਓ। ਸੋ ਇੰਨੇ ਸ਼ਬਦਾਂ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਮਚ ਸਰ। ਜਦੋਂ ਸਰ ਇੱਥੇ ਬੋਲ ਰਹੇ ਸੀ ਤੇ ਮੈਂ ਉੱਥੇ ਬੈਠੀ ਸੋਚ ਰਹੀ ਸੀ ਕਿ ਜਦੋਂ ਤੋਂ ਕਾਲਜ ਦੇ ਅੰਦਰ ਇਹ ਚੇਂਜਸ ਦਾ ਦੌਰ ਸ਼ੁਰੂ ਹੋਇਆ, ਕਮਾਂਡ ਬਦਲੀ ਹੈ, ਕ੍ਰੀਏਟੀਵਿਟੀ ਹਰ ਜਗ੍ਹਾ ਨਜ਼ਰ ਆਉਂਦੀ ਹੈ ਸਾਨੂੰ। ਜਿਵੇਂ ਪਿਛਲਾ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਸੀ, ਉਸ ਦੇ ਵਿੱਚ ਤੁਸੀਂ ਸਰਟੀਫਿਕੇਟਸ ਦੇਖੇ ਕਿੰਨੇ ਇਨੋਵੇਟਿਵ ਸੀਗੇ। ਇਸ ਤੋਂ ਔਨਵਰਡਸ ਵੀ ਜਿਵੇਂ ਸਰ ਨੇ ਗੱਲ ਕੀਤੀ ਕਿ ਅਸੀਂ ਹਰ ਇੱਥੇ ਸਟੂਡੈਂਟ ਜਿਹੜਾ ਡਾਈਸ ਤੇ ਆਂਦਾ ਜਾਂ ਕੁਝ ਪਰਫਾਰਮ ਕਰਦਾ, ਉਹਨੂੰ ਸਰਟੀਫਿਕੇਟਸ ਦਿੱਤੇ ਜਾਣਗੇ। ਤੇ ਇੱਥੇ ਡਾਈਸ ਦੇ ਅੱਗੇ ਤੁਸੀਂ ਲੱਗਿਆ ਹੋਇਆ ਛੋਟਾ ਜਿਹਾ ਪੋਸਟਰ ਦੇਖ ਰਹੇ ਹੋ, ਇਹ ਵੀ ਇੱਕ ਸਟੂਡੈਂਟ ਨਹੀਂ ਬਣਾਇਆ ਹੈ। ਫੋਟੋਗ੍ਰਾਫੀ ਤੁਹਾਡੇ ਸਾਹਮਣੇ ਹੋ ਰਹੀ ਹੈ, ਸ਼ੂਟ ਹੋ ਰਹੀ ਹੈ, ਉਹ ਵੀ ਇੱਕ ਸਟੂਡੈਂਟ ਕਰ ਰਿਹਾ ਹੈ। ਸੋ ਲੋਟ ਆਫ, ਮੈਂ ਕਹਾਂ ਕਿ ਜਿਹੜੇ ਪੋਟੈਂਸ਼ੀਅਲਸ ਹੈ ਐਕਸਪਲੋਰ ਕਰਨ ਦਾ ਇੱਕ ਮੌਕਾ ਤੁਹਾਨੂੰ ਸਭ ਨੂੰ ਮਿਲ ਰਿਹਾ ਹੈ, ਤੇ ਯੂ ਸ਼ੁੱਡ ਐਕਸਪਲੋਰ ਈਵਨ। ਤੇ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਆਪਣੇ ਇਸ ਪ੍ਰੋਗਰਾਮ ਦੇ ਅਗਲੇ ਪੜਾਅ ਤੇ, ਜਿੱਥੇ ਜਿਨ੍ਹਾਂ ਵਿਦਿਆਰਥੀਆਂ ਨੇ ਇੱਥੇ ਆ ਕੇ ਪਰਫਾਰਮ ਕੀਤਾ ਹੈ ਉਹਨਾਂ ਨੂੰ ਆਨਰ ਕੀਤਾ ਜਾਵੇ। ਮੇਰੀ ਗੁਜ਼ਾਰਿਸ਼ ਹੈ ਪ੍ਰਿੰਸੀਪਲ ਸਰ ਤੇ ਪ੍ਰੋਫੈਸਰ ਸਾਹਿਬਾਨ ਨੂੰ ਕਿ ਉਹ ਇਹਨਾਂ ਵਿਦਿਆਰਥੀਆਂ ਨੂੰ ਸਰਟੀਫਿਕੇਟਸ ਦੇਣ ਦੀ ਰਸਮ ਅਦਾਇਗੀ ਕਰਨ। ਮੈਂ ਸਭ ਤੋਂ ਪਹਿਲੇ ਇੱਥੇ ਮੰਚ ਤੇ ਸੱਦਾ ਦਿੰਨੀ ਹੈ ਇੱਥੇ ਆਪਣਾ ਸਰਟੀਫਿਕੇਟ ਰਿਸੀਵ ਕਰਨ ਸਵੀਪ ਅੰਬੈਸਡਰ ਅਮੰਗ ਬॉयਜ਼। दिलप्रीत कौर स्वीप एम्बेसडर अमंग गर्ल्स। पूजा BA फाइनल ईयर। ਪ੍ਰਗਟ ਸਰ ਲੋਕੇ ਛੋਟੇ ਜਿਹੇ ਨਾ। निताशा ਸ਼ਾਬਾਸ਼। ਹੋਰ ਸਰਟੀਫਿਕੇਟ ਸਰ ਨੇ ਮੈਨੂੰ ਕਿਹਾ ਸੀ ਕਿ ਜਿਸ ਵੀ ਵਿਦਿਆਰਥੀ ਨੇ ਪੋਸਟਰ ਬਣਾਇਆ ਉਸ ਨੂੰ ਵੀ ਇਹ ਸਰਟੀਫਿਕੇਟ ਦਿੱਤਾ ਜਾਏਗਾ। ਆਲਦੋ ਇਹ ਵਿਦਿਆਰਥੀ ਆਪਣੇ ਕਾਲਜ ਦਾ 2019 ਬੈਚ ਦਾ ਪਾਸ ਆਊਟ ਸਟੂਡੈਂਟ ਹੈ ਤੇ ਉਸ ਦਾ ਬ੍ਰਦਰ ਆਪਣੇ ਕੋਲ ਇੱਥੇ BSc ਫਾਈਨਲ ਈਅਰ ਦੇ ਵਿੱਚ ਹੈ, ਅੰਕਿਤ ਕੁਮਾਰ। ਉਹ ਇੱਥੇ ਪ੍ਰੈਜ਼ੈਂਟ ਨਹੀਂ ਹੈ, ਬਟ ਅਸੀਂ ਉਸ ਨੂੰ ਆਨਰ ਕਰਨ ਲਈ ਉਸ ਦਾ ਨੇਮ ਅਨਾਉਂਸ ਕਰ ਦਿੰਦੇ ਹਾਂ। ਤੇ ਸਰ ਨੇ ਮੈਨੂੰ ਕਿਹਾ ਸੀ ਕਿ ਤੁਹਾਡਾ ਸਟੂਡੈਂਟ ਹੈ, ਤੁਸੀਂ ਰਿਸੀਵ ਕਰ ਲੈਣਾ ਸਰਟੀਫਿਕੇਟ। ਵਲੰਟੀਅਰਲੀ ਆ ਕੇ ਕਿਹਾ ਕਿ ਅਸੀਂ ਡਾਈਸ ਤੇ ਬੋਲਣਾ ਹੈ, ਤਾਂ ਇਦਾਂ ਦੀ ਸਪਿਰਿਟ ਆਪਣੇ ਅੰਦਰ ਬਾਕੀ ਵੀ ਰੱਖਣਾ।
सुना है आज समंदर को बड़ा गुमान आया है, उधर ही ले चलो कश्ती जहां तूफान आया है, उधर ही ले चलो कश्ती जहां तूफान आया है। बेटे फोटो इस तरह खिंचनी है। ਇੱਕ ਐਮੀਨੈਂਟ ਲੈਕਚਰ ਹੈ ਤੇ ਉਸ ਦੇ ਨਾਲ ਇੱਕ ਸ਼ਾਰਟ ਮੂਵੀ ਹੈ ਜਿਹੜੀ ਤੁਹਾਨੂੰ ਦਿਖਾਈ ਜਾਣੀ ਹੈ। ਤੋ ਇਸ ਤੋਂ ਪਹਿਲੇ ਇਹ ਜਿੰਨਾ ਵੀ ਪ੍ਰੋਗਰਾਮ ਰਿਹਾ ਇਹਦੇ ਤਹਿਤ ਮੈਂ ਡਾਕਟਰ ਸੁਭਾਸ਼ ਚੰਦਰ ਨੂੰ ਇੱਥੇ ਮੰਚ ਤੇ ਸੱਦਾ ਦਿੰਦੀ ਹਾਂ ਕਿ ਉਹ ਆ ਕੇ ਧੰਨਵਾਦ ਦੀ ਰਸਮ ਅਦਾਏਗੀ। बहुत बहुत धन्यवाद प्रिंसिपल साहब, मेरे कुलीग्स ਤੇ ਪਿਆਰੇ ਸਟੂਡੈਂਟਸ ਨੂੰ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਅਸੀਂ ਇੱਕ ਸਾਂਝੇ ਮੰਚ ਤੇ ਇਕੱਠੇ ਹੋਏ ਹਾਂ, ਜਿੱਥੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਨੈਸ਼ਨਲ ਵੋਟਰਸ ਡੇ ਤੇ ਦੱਸੇ ਹੈ। ਕਿਉਂਕਿ ਸਭ ਤੋਂ ਜ਼ਰੂਰੀ ਹੁੰਦਾ ਹੈ ਕੋਈ ਇਹੋ ਜਿਹਾ ਪਲੇਟਫਾਰਮ ਪ੍ਰੋਵਾਈਡ ਕਰਨਾ ਜਿੱਥੇ ਸਾਰੇ ਵਿਚਾਰ ਸਾਂਝੇ ਕੀਤੇ ਜਾ ਸਕਣ। ਜਿਵੇਂ ਕੁਝ ਸਟੂਡੈਂਟਸ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹੈ ਇੱਥੇ, ਤਾਂ ਇਸ ਦੇ ਨਾਲ ਕੀ ਹੁੰਦਾ ਹੈ ਸਾਰਿਆਂ ਦੇ ਵਿੱਚ ਇੱਕ ਇੰਸਪੀਰੇਸ਼ਨ ਪੈਦਾ ਹੁੰਦੀ ਹੈ, ਸਾਰੇ ਉਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਤਾਂ ਸਾਰਿਆਂ ਤੋਂ ਪਹਿਲਾਂ ਇੱਕ ਮੈਂ ਦੱਸ ਦਿਆਂ, ਸਵੀਪ ਪ੍ਰੋਗਰਾਮ ਹੈ ਜਿਹੜਾ, ਸਵੀਪ ਪ੍ਰੋਗਰਾਮ ਦਾ ਫੁੱਲ ਫਾਰਮ ਹੈ ਕਿ ਸਿਸਟਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟਿਸਿਪੇਸ਼ਨ ਪ੍ਰੋਗਰਾਮ ਹੈ। ਇਸ ਦੇ ਨਾਲ ਮਤਲਬ ਵੋਟਰਸ ਨੂੰ ਐਜੂਕੇਟ ਕਰਨਾ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਹੈ ਮੈਕਸਿਮਮ, ਤਾਂ ਜੋ ਸਾਡਾ ਜਿਹੜਾ ਮੇਨ ਮਕਸਦ ਹੈ ਡੈਮੋਕ੍ਰੇਸੀ ਦਾ ਉਹ ਸਹੀ ਤਰੀਕੇ ਨਾਲ ਫਰੂਟਫੁਲ ਹੋ ਸਕੇ। ਤਾਂ ਇਹਨਾਂ ਚੀਜ਼ਾਂ ਦੇ ਨਾਲ, ਇਹਨਾਂ ਗੱਲਾਂ ਦੇ ਨਾਲ ਸਾਰਿਆਂ ਨੇ ਬਹੁਤ ਵਧੀਆ ਆਪਣਾ ਯੋਗਦਾਨ ਦਿੱਤਾ। ਸਾਰੇ ਸਟੂਡੈਂਟਸ ਦਾ ਬਹੁਤ ਬਹੁਤ ਧੰਨਵਾਦ, ਬੜੇ ਪੇਸ਼ੈਂਸ ਦੇ ਨਾਲ ਸੁਣਿਆ। ਤਾਂ ਹੁਣ ਇਸ ਤੋਂ ਬਾਅਦ ਅਸੀਂ ਵੀਡੀਓਜ਼ ਦੇਖਦੇ ਹਾਂ ਜਿਹੜੀਆਂ ਕਿ ਬੜੀਆਂ ਇਨਫੋਰਮੇਟਿਵ ਹੈ, ਤਾਂ ਸਾਰਿਆਂ ਨੇ ਬੈਠ ਕੇ ਬੜੀ ਸ਼ਾਂਤੀ ਨਾਲ ਉਹ ਵੀਡੀਓਜ਼ ਦੇਖਣੀ। ਥੈਂਕ ਯੂ ਜੀ। ਵੀਡੀਓ ਹੁਣ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਵਿਚਾਰ ਸੁਣੋਗੇ ਡਾਕਟਰ ਕਰਮਜੀਤ ਸਿੰਘ, ਆਪਣੇ ਹੀ ਕਾਲਜ ਦੇ ਵਿੱਚ ਫਾਈਨਲ ਈਅਰ ਦੇ ਸਟੂਡੈਂਟਸ ਨੂੰ ਸ਼ਾਇਦ ਪਤਾ ਹੋਵੇ ਕਿ ਆਪਣੇ ਹੀ ਕਾਲਜ ਦੇ ਵਿੱਚ ਹਿਸਟਰੀ ਦੇ ਪ੍ਰੋਫੈਸਰ ਸੀ। ਤੇ ਮੈਨੂੰ ਯਾਦ ਹੈ ਜਿਸ ਦਿਨ ਟ੍ਰਾਂਸਫਰ ਕਰਾ ਕੇ ਇੱਥੋਂ ਗਏ, ਇੱਥੇ ਕਾਲਜ ਦੇ ਬਾਹਰ ਸਟੂਡੈਂਟਸ ਦਾ ਇੱਕ ਗਰੁੱਪ ਰੋ ਰਿਹਾ ਸੀ ਲਿਟਰਲੀ ਵੀ ਵਾਈ ਇਜ਼ ਹੀ ਲੀਵਿੰਗ, ਤੇ ਉਹਨਾਂ ਦੇ ਵਿਚਾਰ ਹੁਣ ਤੁਸੀਂ ਸੁਣੋਗੇ। ਸੰਵਿਧਾਨ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਬਾਲਗ ਵੋਟ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ, ਜੋ ਵਾਸਤਵਿਕ ਲੋਕਤੰਤਰ ਦੇ ਅਨੁਕੂਲ ਹੈ। ਭਾਰਤ ਦੇ ਸੁਤੰਤਰ ਹੋਣ ਤੋਂ ਪਹਿਲਾਂ ਵੋਟ ਅਧਿਕਾਰ ਬਹੁਤ ਸੀਮਤ ਹੁੰਦਾ ਸੀ ਅਤੇ ਇਹ ਅਧਿਕਾਰ ਸੰਪਰਦਾਇ ਤੇ ਸੰਪत्ति ਦੇ ਉੱਤੇ ਆਧਾਰਿਤ ਹੁੰਦਾ ਸੀ। ਪਰ ਸੁਤੰਤਰ ਭਾਰਤ ਦੇ ਸੰਵਿਧਾਨ ਅਨੁਸਾਰ 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬਾਲਗ ਨਾਗਰਿਕਾਂ ਨੂੰ, ਚਾਹੇ ਉਹ ਪੁਰਸ਼ ਹੋਵੇ ਜਾਂ ਇਸਤਰੀ ਹੋਵੇ, ਇਹ ਅਧਿਕਾਰ ਦਿੱਤਾ ਗਿਆ ਵੀ ਤਾਂ ਕਿ ਉਹ ਲੋਕ ਸਭਾ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਦੀਆਂ ਚੋਣਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵੋਟ ਦਾ ਅਧਿਕਾਰ ਹਾਸਲ ਕਰ ਸਕੇ। ਫਿਰ ਬਾਅਦ ਦੇ ਵਿੱਚ ਇਹ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ। ਭਾਰਤ ਦੇ ਕੁਝ ਸੰਵਿਧਾਨ ਸ਼ਾਸਤਰੀ ਤੇ ਰਾਜਨੀਤੀਵੇਤਾ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਅਧਿਕਾਰ ਦੇਣ ਦੇ ਪੱਖ ਵਿੱਚ ਨਹੀਂ ਸੀਗੇ। ਉਹਨਾਂ ਦਾ ਇਹ ਵਿਚਾਰ ਸੀ ਕਿ ਜੋ ਰਾਜਨੀਤਿਕ ਸਮੱਸਿਆਵਾਂ ਤੋਂ ਬਿਲਕੁਲ ਨਾ ਵਾਕਿਫ ਹੈ ਉਸ ਨੂੰ ਮਤ ਅਧਿਕਾਰ ਦੇ ਦੇਣਾ ਇੱਕ ਬੱਚੇ ਦੇ ਹੱਥ ਵਿੱਚ ਬੰਦੂਕ ਦੇਣ ਦੇ ਸਮਾਨ ਹੈ। ਜਿਸ ਤਰ੍ਹਾਂ ਇੱਕ ਬੱਚਾ ਬੰਦੂਕ ਦੀ ਗਲਤ ਵਰਤੋਂ ਕਰਕੇ ਆਪਣੀ ਹੱਤਿਆ ਕਰ ਸਕਦਾ ਹੈ, ਉਸੇ ਤਰ੍ਹਾਂ ਰਾਜਨੀਤਿਕ ਸਮੱਸਿਆਵਾਂ ਤੋਂ ਨਾਵਾਕਫ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਦੀ ਗਲਤ ਵਰਤੋਂ ਕਰਕੇ ਲੋਕਤੰਤਰ ਨੂੰ ਹਾਨੀ ਪਹੁੰਚਾ ਸਕਦਾ ਹੈ। ਪਰ ਫਿਰ ਵੀ ਸੰਵਿਧਾਨ ਨਿਰਮਾਤਾਵਾਂ ਨੇ ਬਾਲਗ ਵੋਟ ਅਧਿਕਾਰ ਦੇ ਸਿਧਾਂਤ ਨੂੰ ਇਸ ਲਈ ਅਪਣਾਇਆ ਤਾਂ ਕਿ
ਭਾਰਤ ਦੇ ਸਧਾਰਨ ਵਿਅਕਤੀ ਨੂੰ ਵੀ ਲੋਕਤੰਤਰ ਵਿੱਚ ਹਿੱਸਾ ਲੈਣ ਦਾ ਅਧਿਕਾਰ ਪ੍ਰਾਪਤ ਹੋ ਸਕੇ, ਜਿਸ ਨਾਲ ਉਸ ਦੇ ਵਿੱਚ ਜਾਗਰਤੀ ਆ ਜਾਵੇਗੀ ਅਤੇ ਉਸ ਦੀ ਭਲਾਈ ਤੇ ਜੀਵਨ ਦਾ ਮਿਆਰ ਵੀ ਉੱਚਾ ਹੋਵੇਗਾ। ਭਾਰਤ ਦੀ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਵਜੋਂ ਮਨਾਇਆ ਜਾਵੇ। ਮੈਂ ਉਹਨਾਂ ਸਾਡੇ ਵਿਦਿਆਰਥੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜਿਹੜੇ ਬਾਲਗ ਹੋ ਚੁੱਕੇ ਨੇ ਤੇ ਸਰਕਾਰ ਬਣਾਉਣ ਦੇ ਯੋਗ ਹੋ ਚੁੱਕੇ ਨੇ। ਮੈਂ ਸਮੂਹ ਵਿਦਿਆਰਥੀਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਵੋਟ ਦੇਣ ਦੇ ਯੋਗ ਹੋ ਚੁੱਕੇ ਨੇ ਉਹ ਅੱਜ ਦੇ ਦਿਨ ਇਹ ਪ੍ਰਣ ਲੈਣ ਕਿ ਉਹ ਬਿਨਾਂ ਕਿਸੇ ਲਾਲਚ ਤੋਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਨੂੰ ਦੇਖਦੇ ਹੋਏ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਕਿਉਂਕਿ ਇੱਕ ਪੜ੍ਹਿਆ ਲਿਖਿਆ ਵਿਅਕਤੀ ਉਹੀ ਹੈ ਜਿਹੜਾ ਆਪਣੀ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਦਾ ਹੈ। ਅੰਤ ਦੇ ਵਿੱਚ ਮੈਂ ਡਾਕਟਰ ਪਰਮਿੰਦਰ ਸਿੰਘ ਤੱਗੜ, ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਜੈਤੋ, ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ 4 ਸ਼ਬਦ ਬੋਲਣ ਦਾ ਮੌਕਾ ਦਿੱਤਾ। ਧੰਨਵਾਦ। ਅਗਲੀ ਵੀਡੀਓ ਦੇ ਵਿੱਚ ਇੱਕ ਸ਼ਾਰਟ मूवी है जो ਤੁਹਾਡੇ ਨਾਲ शेयर ਕਰਨ ਜਾ ਰਹੇ ਹਾਂ। जानकारी नहीं है। आज हम इन्हीं चीज़ों को डिस्कस करेंगे जो कि एक एलिजिबल वोटर को वोट देने से पहले ज़रूर पता होनी चाहिए। जैसे जिस इलेक्शन में हम वोट देने जा रहे हैं उसका प्रोसेस क्या है। इलेक्शन प्रोसेस को जानने से पहले हम बेसिकली समझ लेते हैं गवर्नमेंट ऑफ इंडिया के स्ट्रक्चर के बारे में। तो इंडियन कॉन्स्टिट्यूशन यानी भारत का संविधान फेडरल सिस्टम को फॉलो करता है। फेडरल सिस्टम के अकॉर्डिंग इंडिया में 2 टाइप की गवर्नमेंट होती है, सेंट्रल गवर्नमेंट एंड स्टेट गवर्नमेंट। पहले बात करते हैं सेंट्रल गवर्नमेंट की। इंडियन पार्लियामेंट मतलब भारतीय संसद। पार्लियामेंट ऑफ इंडिया इज सुप्रीम लेजिस्लेटिव बॉडी ऑफ रिपब्लिक ऑफ इंडिया। मतलब पार्लियामेंट ऑफ इंडिया 2 हाउसेज से मिलकर बनता है, राज्यसभा अपर हाउस एंड लोकसभा लोअर हाउस। पार्लियामेंट अपने इन 2 हाउसेज की मदद से लॉ यानी कानून बनाता है और लॉज पार्लियामेंट से पास होने के बाद प्रेसिडेंट के द्वारा उसको पूरे देश में लागू कर दिया जाता है। अकॉर्डिंग टू द कॉन्स्टिट्यूशन ऑफ इंडिया राज्यसभा में मैक्सिमम 250 मेंबर्स हो सकते हैं एंड करंट लॉज एंड प्रोविजन के हिसाब से इसमें 245 मेंबर्स हैं। एंड वहीं लोकसभा में मैक्सिमम 552 मेंबर्स हो सकते हैं एंड करंटली इसमें 545 सीट्स हैं। तो ये सारे मेंबर्स संसद भवन यानी द हाउस ऑफ पार्लियामेंट जो कि दिल्ली में है उसमें मीटिंग करते हैं एंड लॉज से रिलेटेड डिस्कशन करते हैं। ये मीटिंग्स प्रेसिडेंट ऑफ इंडिया के अंडर होती है जिनके पास इस मीटिंग को बुलाने और रद्द करने के राइट्स होते हैं। तो ये हमने समझा कि बेसिकली पार्लियामेंट होती क्या है, बट हमारा मेन फोकस है कि ये जो पार्लियामेंट मेंबर्स है इनका चुनाव कैसे होता है। तो इस टॉपिक से हम आ जाते हैं हमारे मेन टॉपिक पर, टाइप्स ऑफ इलेक्शंस इन इंडिया। तो बेसिकली 3 टाइप्स के इलेक्शंस होते हैं, जनरल इलेक्शंस यानी लोकसभा इलेक्शंस, राज्यसभा इलेक्शंस एंड स्टेट असेंबली इलेक्शंस। लोकसभा इलेक्शंस की बात करें तो इसके इलेक्शंस हर 5 साल में होते हैं एंड इसके मेंबर्स को डायरेक्टली वोटिंग करके भारत के लोगों द्वारा चुना जाता है। इस पर्पस के लिए जैसा मैंने बताया कि करंटली 545 सीट्स हैं जिसमें से 2 सीट्स एंग्लो इंडियन कम्युनिटी को प्रेसिडेंट ऑफ इंडिया नॉमिनेट करते हैं, तो बची सिर्फ 543 सीट्स जिनके लिए वोटिंग होती है। तो इन सीट्स को हर एक स्टेट को अलग अलग एरिया में डिवाइड करके नंबर ऑफ सीट्स एलोकेट कर दी जाती हैं एंड हर एक स्टेट की लोकसभा सीट्स फिक्स्ड होती हैं जो कि पॉपुलेशन के अकॉर्डिंग डिवाइड की गई हैं। फॉर एग्जाम्पल 2014 जनरल इलेक्शन में दिल्ली में 7 लोकसभा सीट्स थी एंड यूपी में सबसे ज़्यादा 80 सीट्स थी, क्यों यूपी की पॉपुलेशन सारी स्टेट में सबसे ज़्यादा है। अब इन सब सीट्स के अकॉर्डिंग हर एक एरिया से उस सीट के लिए कैंडिडेट्स खड़े होते हैं जो कि अलग अलग पार्टी को रिप्रेजेंट करते हैं। वोटिंग होने के बाद जो भी पार्टी 50% से ज़्यादा सीट्स जीत जाती है उस पार्टी की सरकार बन जाती है। मतलब 543 सीट्स में से एक पार्टी को मेजॉरिटी यानी बहुमत से जीतने के लिए 50% से ज़्यादा सीट्स चाहिए होती हैं जो कि होती है 272। फॉर एग्जाम्पल 2014 में बीजेपी ने लोकसभा में 282 सीट्स जीती थी एंड एनडीए से मिलकर टोटल 363 सीट्स जिससे उनकी पार्टी जीत गई थी। उसके बाद जो विनिंग पार्टी का लीडर होता है वो प्राइम मिनिस्टर अपॉइंट कर दिया जाता है। ये लोकसभा मेंबर्स जो मेजॉरिटी में हैं वो वोटिंग करके प्राइम मिनिस्टर सिलेक्ट करते हैं। आने वाले लोकसभा इलेक्शंस अप्रैल एंड मई 2019 में होंगे। अब बात करते हैं अपर हाउस की यानी राज्यसभा की। राज्यसभा का इलेक्शन सिस्टम लोकसभा से बिल्कुल डिफरेंट होता है।
क्योंकि जैसे लोकसभा के मेंबर्स को डायरेक्टली वोटिंग करके इलेक्ट किया जाता है, राज्यसभा के मेंबर्स को इनडायरेक्टली पब्लिक इलेक्ट करती है, जिसमें एमएलएज वोट करके राज्यसभा के मेंबर्स को चूज करते हैं। राज्यसभा में 250 मेंबर्स होते हैं, जिसमें से 238 मेंबर्स को अलग अलग स्टेट्स एंड यूनियन टेरिटरीज के एमएलएज इलेक्ट करते हैं और बाकी 12 मेंबर्स को प्रेसिडेंट ऑफ इंडिया अपॉइंट करते हैं। कंडीशन ये है कि इन 12 लोगों को आर्ट्स, साइंस, लिटरेचर या सोशल सर्विस में स्पेशल नॉलेज एंड एक्सपीरियंस होना चाहिए। फॉर एग्जांपल सचिन तेंदुलकर एंड एक्ट्रेस रेखा को 2012 में इसके अंडर नॉमिनेट किया गया था। हर एक स्टेट की राज्यसभा सीट्स फिक्स्ड होती हैं। एक स्टेट कितने राज्यसभा मेंबर्स भेज सकती है ये उसकी पॉपुलेशन पे डिपेंड करता है। हर राज्यसभा मेंबर्स 6 साल तक के कार्यकाल में रहता है और इसमें 1/3 सीट्स के इलेक्शन हर 2 साल में होते हैं। तो राज्यसभा के इलेक्शंस के लिए एमएलएज यानी विधानसभा के मेंबर्स एसटीवी सिस्टम यानी सिंगल ट्रांसफरेबल वोट सिस्टम के जरिए राज्यसभा के मेंबर्स को चुनते हैं। ये एसटीवी सिस्टम थोड़ा कॉम्प्लिकेटेड होता है, अगर हम इसको अभी समझेंगे तो वीडियो बहुत लंबा हो जाएगा, इसलिए अभी के लिए हम इसे छोड़ देते हैं और हम चलते हैं अपने अगले पार्ट पर, जो है विधानसभा इलेक्शंस यानी स्टेट लेजिस्लेटिव असेंबली। तो विधानसभा इलेक्शंस मतलब एक स्टेट में विधानसभा के मेंबर्स यानी एमएलएज को जनता वोटिंग करके इलेक्ट करती है। लोकसभा की तरह हर एक स्टेट की विधानसभा सीट्स भी फिक्स्ड होती हैं। अलग अलग पार्टीज के कैंडिडेट्स एक पर्टिकुलर स्टेट के अलग अलग एरियाज में इन एमएलएज की सीट्स के लिए चुनाव लड़ते हैं। इसके इलेक्शंस भी लोकसभा की तरह हर 5 साल में होते हैं, बस डिफरेंस ये है कि इसमें अलग अलग स्टेट्स के इलेक्शंस अलग अलग टाइम पर होते हैं। फॉर एग्जाम्पल अभी रिसेंटली सिर्फ छत्तीसगढ़, मध्य प्रदेश, मिजोरम, राजस्थान एंड तेलंगाना के विधानसभा इलेक्शंस हुए थे। ऐसे ही अलग अलग टाइम पर हर एक स्टेट के 5 साल के टाइम पीरियड के अंदर विधानसभा इलेक्शंस होते रहते हैं। तो सिंपली इलेक्शन के बाद जो भी पार्टी 50% से ज़्यादा सीट जीत जाती है उनकी पार्टी मेजोरिटी यानी बहुमत से जीत जाती है और उस स्टेट में उनकी सरकार बन जाती है और मेजोरिटी में इलेक्टेड एमएलएज अपने लीडर को एज ए चीफ मिनिस्टर ऑफ द स्टेट चूज करते हैं। यहाँ पे एक क्वेश्चन है कि अगर कोई भी पार्टी 50% से ज़्यादा वोट नहीं जीते तो क्या होगा। इसका एक एग्जाम्पल है 2013 में दिल्ली के विधानसभा इलेक्शंस, जिसमें टोटल 70 सीट्स हैं, जिसमें इलेक्शन के बाद बड़ी पार्टीज ने, बीजेपी ने 31 सीट्स जीती थी, आम आदमी पार्टी ने 28 एंड कांग्रेस ने 8 सीट्स। पर जैसा यहाँ पे मेजोरिटी से जीतने के लिए 36 सीट्स चाहिए, तो इस वजह से बीजेपी बहुमत से सरकार नहीं बना पाई। तो यहाँ पे क्या होता है, पहली प्रेफरेंस होती है कि जिस पार्टी के पास सबसे ज़्यादा सीट्स हैं वो किसी दूसरी पार्टी के साथ अलायंस यानी गठबंधन करके सरकार बना सकते हैं। बीजेपी को फर्स्ट प्रेफरेंस दी गई थी पर वो किसी के साथ गठबंधन नहीं कर पाए। फिर आम आदमी पार्टी को सेकंड प्रेफरेंस मिली तो उन्होंने कांग्रेस के साथ अलायंस करके अपनी सरकार बना ली। तो अगर ऐसी सिचुएशन हो कि 50% से ज़्यादा कोई पार्टी सीट्स ना जीते तो वो दूसरी पार्टी के साथ गठबंधन करके भी सरकार बना सकती है, जिसमें टर्म्स एंड कंडीशन डिफाइन हो जाती हैं। तो अब आते हैं इस बात पर कि वोट किसको दें। 2019 में लोकसभा के इलेक्शंस आ रहे हैं और इस इलेक्शन में 13 करोड़ न्यू वोटर्स रजिस्टर हुए हैं। 2014 इलेक्शंस में इवन आफ्टर सबसे ज़्यादा वोट परसेंटेज होने के बावजूद हर 3 में से 2 रजिस्टर वोटर्स ने ही वोट किया था। हम सभी लोग अपने देश के लिए कुछ करना चाहते हैं। देश प्रेम ऐसी चीज़ है, अगर मैं कहूँ हर नागरिक में है तो वो गलत नहीं होगा। तो एज अ जिम्मेदार नागरिक इट्स नॉट ओनली अवर राइट, इट्स अवर ड्यूटी टू वोट, बिकॉज हमारे वोट से ही हमारे देश के कोने कोने से अच्छे लोग चुन चुन के आएंगे और अच्छी सरकार बनाएंगे। अब एक बहुत बड़ा क्वेश्चन हमारे माइंड में हमेशा उठता है कि किसे वोट दें, किस बेसिस पे वोट दें। इसका बहुत ही सिंपल सा जवाब है, जैसे हमने अभी समझा कि पार्लियामेंट का स्ट्रक्चर क्या होता है, लोकसभा का इलेक्शन कैसे होता है, इससे हमें ये समझ में आया कि इंडियन कॉन्स्टिट्यूशन में ऑलरेडी इसके बारे में सब कुछ बहुत ही स्ट्रक्चर तरीके से लिखा हुआ है। हमारा काम सिर्फ अपने एरिया से जो कैंडिडेट खड़े हो रहे हैं अलग अलग पार्टीज से, उनके बारे में सोचना है, उनकी एजुकेशन, क्वालिफिकेशन, कैरियर, एस्पिरेशन, मोटिव्स, पर्सनैलिटी, क्रेडिबिलिटी, इन सब चीज़ों को देखना है। बिकॉज अगर हमें अपने एरिया में काम करवाना है तो अल्टीमेटली हमारे एरिया का एमपी ही उस चीज़ को एड्रेस करेगा और इम्प्लीमेंट करेगा। इसी तरीके से हम अपने अपने एरिया से बेस्ट पर्सन को चुनेंगे तो ऑटोमेटिकली लोकसभा में मोस्टली बेटर लोग पहुंचेंगे और बेस्ट पॉसिबल सरकार बनाएंगे। तो आखिर में वीडियो को एंड करते हुए मैं आपसे प्रॉमिस करता हुआ जाऊंगा कि इस बार लोकसभा के चुनाव में मैं अपनी इंडियन सिटीजन होने की ड्यूटी जरूर निभाऊंगा, वोट देने जरूर जाऊंगा एंड आप भी जरूर जाएंगे, बिकॉज ये सिर्फ हमारा हक ही नहीं हमारी जिम्मेदारी है कि वोट दें और अपने एरिया से एक अच्छे कैंडिडेट को जिताएं, बिकॉज वी ऑल वांट बेस्ट पॉसिबल गवर्नमेंट विच विल लीड टू अ बेटर इंडिया। वीडियो को पूरा देखने के लिए धन्यवाद। हर मतदाता खुद है जिम्मेवार, डाले वोट हर नर नार। ਤੇ ਆਈ ਹੋਪ ਇਸ ਵੀਡੀਓ ਤੋਂ ਕਾਫੀ ਕੁਝ ਇਨਫੋਰਮੇਸ਼ਨ ਤੁਸੀਂ ਸਭ ਨੇ ਗੇਨ ਕੀਤੀ ਹੋਊਗੀ। ਤੇ ਹੁਣ ਮੇਰੀ ਸਭ ਨੂੰ ਗੁਜ਼ਾਰਿਸ਼ ਹੈ ਕਿ ਨੈਸ਼ਨਲ ਐਂਥਮ ਦੇ ਲਈ ਸਾਰੇ ਖੜੇ। जन गण मन अधिनायक जय हे भारत भाग्य विधाता, पंजाब सिंध गुजरात मराठा द्राविड़ उत्कल बंगा, विंध्य हिमाचल यमुना गंगा उच्चल जलधि तरंगा, तव शुभ नामे जागे
तव शुभ आशीष मांगे, गाहे तव जय गाथा। जन गण मंगलदायक जय हे भारत भाग्य विधाता। जय हे जय हे जय हे, जय 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 हे। Thank you so much. Thank you all.